ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਭਰ ਭੰਡੰ ਉਜ ਦੰਡ ਅਖੰਡ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਹਰਣੰ ਕਿਲ ਬਿਕ ਹਰਣੰ ਆਸ ਸਰਣੰ ਜੈ ਜੈਕਾਰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ ਜੈ ਤੇਗੰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ ਸੱਜ ਬੈਠੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਾਰਾਜ ਨੇ ਅੱਜ ਆਪਾਂ ਨੂੰ ਮੌਕਾ ਬਖਸ਼ਿਸ਼ ਕੀਤਾ ਆਪ ਦੇ ਚਰਨਾਂ ਦੀ ਸੰਗਤ ਦਾ। ਇਸ ਦਿਹਾੜਾ ਜਿਹੜਾ ਆਪਾਂ ਅੱਜ ਵਿਚਾਰ ਕਰਨੀ ਹੈ ਬਹੁਤ ਦਰਦਨਾਕ ਹੈ। ਉਹ ਐਸਾ ਹੈ ਕਿ ਹਿਸਟਰੀ ਦੇ ਵਿੱਚ ਕਿਤੇ ਵੀ ਜਿਹੜਾ ਹੈ ਐਸਾ ਜਿਹੜਾ ਹੈ ਦਿਨ ਕਿਤੇ ਨਹੀਂ ਚੜਿਆ ਹੋਣਾ ਜਿਹੜਾ 6 ਪੋਹ ਵਾਲਾ ਦਿਨ ਚੜਿਆ ਸੀਗਾ। ਤੇ ਇਹ ਦਿਨ ਚੜਿਆ ਅਗਲੇ 7 ਦਿਨਾਂ ਤੱਕ ਉਹ ਦਰਦਨਾਕ ਜਿਹੜਾ ਹਨ ਹਾਦਸਿਆਂ ਨੂੰ ਦੇਖ ਕਰਕੇ ਪਾਪੀਆਂ ਦੇ ਦਿਲ ਵੀ ਡੋਲਦੇ ਸਨ। ਆਓ ਆਪਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਨੂੰ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਅਨੰਦਪੁਰ ਸਾਹਿਬ ਦੇ ਵਿੱਚ ਹਨ, ਉਹ ਦਿਨ ਜਿਹੜੇ ਹਨ ਜਦੋਂ ਘੇਰਾ ਪੈ ਗਿਆ, ਸੀਜ ਹੋਇਆ ਜਾਂ ਅਨੰਦਪੁਰ ਜਿਹੜਾ ਹੈ ਸਰਾਊਂਡਡ by 1.3 million forces। ਉਹਨਾਂ ਵਿੱਚੋਂ 3,300,000 was the hill rajas, ਉਹਨਾਂ ਦੀ ਆਰਮੀ ਸੀਗੀ। ਬਾਕੀ ਜਿਹੜੇ 1 ਮਿਲੀਅਨ ਦੇ ਗੇੜ ਆਰਮੀ ਸੀ ਉਹ ਮੁਗਲਾਂ ਦੀ ਸੀ। ਦੇਖੋ ਇਹ ਦਿਨ ਐਸੇ ਸਨ ਜਿੱਥੇ ਕਹਿੰਦੇ ਇੱਡੀ ਵੱਡੀ ਆਰਮੀ ਆਈ ਕਿ ਸਾਰੀ ਦਿੱਲੀ ਦੀ ਐਂਟਾਇਰ ਆਰਮੀ ਆਈ, ਸਰਹੰਦ ਦੀ ਆਰਮੀ ਆਈ ਵਜ਼ੀਰ ਖਾਨ ਦੇ ਥੱਲੇ, ਫਿਰ ਲਾਹੌਰ ਦੀ ਦਿਲਾਵਰ ਖਾਨ ਦੀ ਸਾਰੀ ਫੌਜ ਆਈ, ਜ਼ਬਰਦਸਤ ਖਾਨ ਜੋ ਕਸ਼ਮੀਰ ਦਾ ਗਵਰਨਰ ਸੀਗਾ ਉਹਦੀ ਫੌਜ ਆਈ, ਤੇ ਫਿਰ ਪਸ਼ਾਵਰ ਦਾ ਜੋ ਹਾਕਮ ਖਾਨ ਸੀਗਾ ਉਹਦੀ ਫੌਜ ਆਈ, ਤੇ ਦੇਖੋ ਸ਼ੇਰ ਮੁਹੰਮਦ ਖਾਨ ਦੀ ਜਿਹੜੀ ਫੌਜ ਸੀ ਮਲੇਰਕੋਟਲਾ ਤੋਂ ਉਹ ਵੀ ਆਈ। ਐਡੀ ਵੱਡੀ ਫੌਜ ਨੇ ਘੇਰਾ ਪਾਇਆ ਕਿ ਗਿਣਤੀ ਆਉਂਦੀ ਹੈ 1.3 ਮਿਲੀਅਨ। ਐਡੀ ਵੱਡੀ ਫੌਜ ਦਾ ਘੇਰਾ ਅਨੰਦਪੁਰ ਸਾਹਿਬ ਤੇ ਪਿਆ। ਇਹ ਘੇਰੇ ਨੇ ਐਂਟਾਇਰ ਸਾਰਾ, ਤੁਸੀਂ ਦੇਖੋ ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ ਕਿ ਉਹ ਐਡਾ ਵੱਡਾ ਥਾਂ ਨਹੀਂ, ਤੇ 1.3 ਮਿਲੀਅਨ ਆਰਮੀ ਨੇ ਆ ਕੇ ਉੱਥੇ ਬੈਠਣਾ। ਤੇ ਕਿੰਨਾ ਚਿਰ ਤੱਕ ਬੈਠੇ? 8 ਮਹੀਨੇ, 8 ਮੰਥਸ ਵਾਸਤੇ, 8 ਮਹੀਨਿਆਂ ਵਾਸਤੇ ਇਹ ਘੇਰਾ ਪਿਆ ਨਾ। ਜਿਹੜਾ ਸੀਜ ਹੁੰਦਾ ਹੈ ਜਾਂ ਘੇਰਾ ਪੈਣਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਬਾਹਰਲਾ ਬੰਦਾ ਅੰਦਰ ਨਹੀਂ ਆ ਸਕਦਾ, ਅੰਦਰਲਾ ਬਾਹਰ ਨਹੀਂ ਜਾ ਸਕਦਾ। ਫੂਡ ਸਪਲਾਈ ਜਿਹੜਾ ਉਹ ਵੀ ਬੰਦ ਹੋ ਜਾਣਾ, ਪਾਣੀ ਦਾ ਬੰਦ ਹੋ ਜਾਣਾ, ਤੇ ਹੋਰ ਕੋਈ ਵੀ ਜਿਹੜੇ ਫੈਸਿਲਿਟੀਜ਼ ਹਨ ਉਹ ਸਾਰੀ ਬੰਦ ਹੋ ਜਾਣੀ। 8 ਮਹੀਨਿਆਂ ਤੱਕ ਸਰਵਾਈਵ ਕਰਨਾ ਕੋਈ ਛੋਟੀ ਗੱਲ ਨਹੀਂ। ਹੁਣ ਦੇਖੋ ਜਦੋਂ ਗੁਰਸਿੱਖ ਜਿਹੜੇ ਨੇ ਜਿਹੜੇ 8 ਮਹੀਨਿਆਂ ਦੇ ਘੇਰੇ ਵਿੱਚ ਬੈਠੇ ਨੇ, ਅਨੰਦਪੁਰ ਸਾਹਿਬ ਦੇ ਵਿੱਚ ਖਾਣਾ ਵੀ ਮੁੱਕ ਗਿਆ, ਤੇ ਕਿੰਨੇ ਕੁ ਸਿੱਖ ਸਨ? 1700 1700 ਸਿੱਖ ਜਿਹੜਾ ਸੀਗਾ ਗੁਰੂ ਸਾਹਿਬ ਜੀ ਦੇ ਨਾਲ ਅੰਦਰ ਬੈਠਾ ਸੀ ਕਿਲੇ ਦੇ ਵਿੱਚ। ਹੁਣ ਦੇਖੋ 1700 ਨੇ ਜਿਹੜਾ ਹੈ ਉਹਨਾਂ ਦਾ ਲੰਗਰ ਵੀ ਪੱਕਣਾ ਹੈ ਹਰ ਰੋਜ਼, ਤੇ ਉਹ ਖਾਣਾ ਵੀ ਮੁੱਕ ਗਿਆ। ਬੂਟਿਆਂ ਦੇ ਦਰਖਤਾਂ ਦੇ ਜਿਹੜੇ ਛਿੱਲੜ ਹਨ, ਬਾਖ ਹਨ, ਉਹ ਵੀ ਤੋੜ ਤੋੜ ਕੇ ਸਿੰਘਾਂ ਨੇ ਖਾ ਲਏ, ਪੱਤੇ ਵੀ ਖਾਧੇ, ਭੁੱਖਾਂ ਵੀ ਕੱਟੀਆਂ ਕਈ ਦਿਨਾਂ ਦੀਆਂ। ਤੇ ਇਹ ਨਹੀਂ ਵੀ ਵਿਹਲੇ ਬੈਠੇ ਸਨ, ਫਿਰ ਅਟੈਕ ਵੀ ਹੁੰਦੇ ਸਨ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਗਰਾ ਦੇਖੋ ਕਿੱਡਾ ਵੱਡਾ ਹੈ
उन्होंने वो 1.3 मिलियन आर्मी ਨੂੰ 3 को अपने किले तो दूर रखिया, मेनटेन किया 8 महीनों वास्ते। हुण 3 को जिहड़ा है 1 को इक्वल्स टू 2.5 किलोमीटर्स। हुण तुसीं आपे हिसाब कर लो, टाइम्स 3 कर लो, 7.5 किलोमीटर्स वो आर्मी का घेरा दूर सीगा किले तो। जिहड़ा भी कोई नेड़े आउंदा सीगा तां सिंह जाके अपने घोड़ियां ते जंग करदे सन। कहंदे ऐसा हुंदा सीगा कि बहुत दुखड़ा समा सीगा, सिया नहीं जाता सी, पर सिखां नूं देखो नाम का आसरा ते गुरु का प्यार है। एक दिन एक सिख जिहड़ा है बचदा बचदा ओले ओले आउंदा होया एक पारस की बट्टी लैके आया ना। पारस जिन्हों इंग्लिश दे विच आम करके फिलोसोफर स्टोन कहते हैं। यह पारस मन्निया जाता है कि वट एवर द पारस टचस इट बिकम्स गोल्ड। जिन्ने भी 8 धातां ने 8 टाइप्स ऑफ मटीरियल नूं बाय टच उन्होंने कन्वर्ट कर दिंदा गोल्ड दे विच। ये पारस की वट्टी अज भी है, पर अज लभ नहीं रही लोगों को। तो वो वट्टी लैके पारस दी गुरु गोबिंद सिंह महाराज को चल के आया। चल के आके बड़ी खुशी दे नाल आके सतगुरां नूं वो वट्टी आके भेटा की, मत्था टेकिया। ते सतगुरु सच्चे पातशाह उस वेले सतलुज दे कंढे ते बैठे सन ते महाराज ने वो पारस की वट्टी नूं जदों हथ विच दिता तां सतगुरां ने वो चक के सीधी नदी विच सड़ दित्ती। वो सिख जिहड़ा सी बड़ा हैरान होया ते दुखी होया, कहंदा पातशाह ये तां पारस मिलदा नहीं, मैं तां तुहाडी भेटा वास्ते तां लैके आया हाँ कि सतगुरु जी तुसीं इहदे नाल सोना बना के ਸਿੰਘਾਂ ਨੂੰ ਜਿਹੜਾ लंगर तुसीं छका सकदे हो। यही सोना बनाया होया मुगलों दी फौजां नूं तुसीं दे के पैसा उन्हां तो अन्न खरीद सकते हो, तो जिहड़ा है ਸਿੰਘਾਂ नूं खाना मिल जाएगा। कहंदे पातशाह तुसीं तां आई छड़ दित्ता, तुहानूं कीमत तां नहीं पता इहदा, यू डोंट नो द वैल्यू। गुरु गोबिंद सिंह महाराज जी हस पे कहन लगे ਸਿੰਘਾ आ देख साडा बाथरूम है। महाराज ने अपना बाथरूम दिखाया। कहंदे ਸਿੰਘਾ जा साडे बाथरूम च जाके देख। की देखदा है ना वो सिंह जाके देख। वो बाथरूम विच जांदा, ओहदा फ्लोर सारा सोने का बनया होया है। मतलब कि गुरु गोबिंद सिंह जिथे भी यूरिन भी करता है ना वो धरती सोने की बन जाती है। महाराज ने वो कौतक वो सिंह नूं प्रतख दिखाया, कहंदा देखो जिथे असीं इशनान करते हैं वो भी धरती सोने की हो। वो सिंह नूं जिहड़ा है थोड़ा जिहा चिर तां चैन आया भी चलो गुरु गोबिंद सिंह मैनूं पारस की की लोड़ आ, व्हाट आई एम गोइंग टू डू विद दिस पारस। गुरु महाराज जिथे भी अपना जो भी कुछ अपना चरण धरते ने वो धरती सोने की बन जाती है। सतगुरु के चरण ही पारस ने फिर भी दुखी जा हो गया, कहना महाराज फिर भी नहीं छटना से। सतगुरु जी कहन लगे चंगा पे ਸਿੰਘਾ जे तेनों इन्ना ही दुख सी तू दस दिंदा, जे तेनों ज्यादा लोड़ सी पारस की तां तेनों वापस असीं दे देना सीगा। कहंदे चल कोई नहीं, हुण तू नदी विच अंदर चुप्पी मार के देख ला, अपना पारस चुक लिया। वो अंदर नदी दे जांदा है, की देखदा सारी नदी का बेस पारस नाल भरिया पिया। उहनूं ये नहीं पता लगता भी मेरा पारस किहड़ा है। वो उत्ते आके सतगुरां दे चरण पकड़ ले। फिर वो सिख ने एक सवाल किया सतगुरां नूं, कहंदे पातशाह जे तुहाडे कोल इन्नियां शक्तियां ने, इन्ना बल है तुहाडे विच, ते सतगुरु फिर इन्ना दुख ये सिखां नूं तुसीं क्यों दे रहे हो? 8 महीने दे बेचारे भुखे बैठे ने, इन्ना दुखड़ा तुसीं इन्हां नूं क्यों दे रहे हो? महाराज कहंदे दुख नहीं, असीं इन्हां तो तप करा रहे हां, पेनांस करा रहे हां, इन्हां तो तप करा रहे हां। काहदा तप? कहंदे असीं इन्हां नूं बहुत कुछ देना है ਸਿੰਘਾਂ नूं। उन्हें पूछा महाराज की दिओगे? कहंदे जेड़े के डिजायर नाल सेवा करते ने, जेड़े सकर्मी ने, जिन्हां दा सेवा करन दे विच उन्हां दा कोई इंटेंशन हुंदा है, कहंदे उन्हां नूं असीं राज देआंगे। कहंदे जिहड़े नेकामी होणगे, जिहड़े सैल्फलैसली साडी सेवा करनगे, उन्हां नूं असीं अपने स्वरूप दे विच मिलना है, उन्हां नूं असीं अपने रूप च इकमिक करना है, उन्हां नूं असीं अपने स्वरूप दा जिहड़ा है वो बख्शना है। वो सिख दे मन विच जिहड़ा अखां चों अथरू आ। हुण ये गल करनी क्यों जरूरी सीगी? क्योंकि आपां ये ना समझिए कि गुरु महाराज लाचार सन। महाराज हैज नो चॉइस एंड दैट्स वाई द 8 मंथ्स दा घेरा सतगुरु नूं पिया रहा। महाराज लाचार नहीं है। महाराज जदों भी आपे अपने सिख नूं कोई चैलेंजिंग समय दे विच, कोई दुख वाले समय विच लैके जांदे ने, उन्हां तो अपना उन्हां दे कर्म नूं नष्ट करके पातशाह जी अपनी किरपा करते हैं।
ਤਾਂ ਹੀ ਸਿੱਖ ਨੂੰ ਮਹਾਰਾਜ ਨੇ ਕਿਹਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ ਨਾ। ਆਪਾਂ ਹਰ ਰੋਜ਼ ਕਹਿੰਦੇ ਆ ਸਿੱਖ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣਾ ਚਾਹੀਦਾ, ਭਾਵੇਂ ਉਹ ਦੁੱਖ ਦਾ ਸਮਾਂ ਹੋਵੇ, ਭਾਵੇਂ ਸੁੱਖ ਦਾ ਵੀ ਕਿਉਂ ਨਾ ਹੋਵੇ, ਚੜ੍ਹਦੀਆਂ ਕਲਾ ਵਿੱਚ ਰਹਿਣਾ ਚਾਹੀਦਾ ਹਰ ਵੇਲੇ। ਹੁਣ 8 ਮਹੀਨਿਆਂ ਦੇ ਭੁੱਖੇ ਭਾਣੇ ਸਿੱਖਾਂ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਣਾ ਮੰਨ ਲਿਆ। ਪਹਿਲੀ ਚਿੱਠੀ ਆਉਂਦੀ ਹੈ, ਸੁਗੰਧ ਖਾਧੀ ਉਹ ਹਿੰਦੂਆਂ ਨੇ ਜੋ ਜਿਹੜੇ ਕਿ ਪਹਾੜੀ ਰਾਜੇ ਸਨ, ਉਹ ਮੁਸਲਮਾਨ ਜੋ ਮੁਗਲਾਂ ਵਾਲੇ ਸਨ ਆਪਣੀ ਕੁਰਾਨ ਲੈ ਕੇ ਆਏ, ਹਿੰਦੂ ਆਪਣੀ ਮਾਂ ਗਊ ਨੂੰ ਲੈ ਕੇ ਆਏ, ਸਾਲਗ੍ਰਾਮ ਪੱਥਰ ਨੂੰ ਲੈ ਕੇ ਆਏ। ਕਹਿੰਦੇ ਪਾਤਸ਼ਾਹ ਇਹਨਾਂ ਦੀ ਸੁਗੰਧ, ਵੀ ਟੇਕ ਦ ਓਥ ਆਫ ਦਿਸ, ਪਲੀਜ਼ ਲੀਵ ਦ ਕਿਲਾ, ਤੁਹਾਨੂੰ ਕੁਛ ਨਹੀਂ ਕਵਾਂਗੇ। ਮਹਾਰਾਜ ਕਹਿੰਦੇ ਝੂਠੇ ਨੇ। ਮਹਾਰਾਜ ਨੇ ਗਾਬੇਜ ਦੇ ਜਿਹੜਾ ਬੁੱਲ ਕੱਟ ਜਿਹੜੇ ਭਰੇ ਹੋਏ ਉਹ ਮਹਾਰਾਜ ਨੇ ਕੱਢੇ, ਉਹਨਾਂ ਨੇ ਉਹ ਵੀ ਲੁੱਟ ਲਏ। ਮਹਾਰਾਜ ਸਿੰਘਾਂ ਨੂੰ ਦਿਖਾਇਆ, ਦੇਖੋ ਇਹ ਆਪਣੀਆਂ ਕਸਮਾਂ ਨੂੰ ਜਿਹੜਾ ਹੈ ਕਿੰਨੀ ਕੁ ਜਿਹੜੀ ਹੈ ਵੈਲਿਊ ਦਿੰਦੇ ਨੇ, ਇਹ ਝੂਠੇ ਨੇ। ਮਹਾਰਾਜ ਨੇ ਪਹਿਲੀ ਚਿੱਠੀ ਨੂੰ ਨਕਾਰ ਕਰਤਾ। ਔਰੰਗਜ਼ੇਬ ਗੋਟ ਡੈਸਪਰੇਟ ਨਾਓ, ਜਸਟ ਇਮੇਜਿਨ 1.3 ਮਿਲੀਅਨ ਫੋਰਸਸ ਉੱਥੇ ਰੱਖਣੀਆਂ ਹਰ ਵੇਲੇ, ਉਹਦਾ ਖਰਚਾ ਕਿੰਨਾ ਹੈ, ਉਹਦਾ ਐਕਸਪੈਂਡੀਚਰ ਕਿੰਨਾ ਹੈ। ਔਰੰਗਜ਼ੇਬ ਦੇ ਟ੍ਰੈਸ਼ਰ ਖਾਲੀ ਹੋਣ ਲੱਗ ਪਏ, ਉਹਨੂੰ ਇਹ ਨਾ ਪਤਾ ਲੱਗੇ ਵੀ ਮੈਂ ਇਹਨਾਂ ਨੂੰ ਮੇਨਟੇਨ ਕਿਵੇਂ ਕਰਨਾ ਇੰਨੇ ਬੰਦਿਆਂ ਨੂੰ। ਉਹਨੇ ਕੀ ਕੀਤਾ, ਉਹਨੇ ਆਪ ਚਿੱਠੀ ਲਿਖੀ ਔਰੰਗਜ਼ੇਬ ਨੇ, ਕਹਿੰਦੇ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ, ਤੇ ਕੁਰਾਨ ਦੀ ਸਹੁੰ ਹੈ, ਮੈਨੂੰ ਪ੍ਰੋਫਟ ਮੁਹੰਮਦ ਦੀ ਸਹੁੰ ਹੈ ਕਿ ਜੇ ਤੁਸੀਂ ਇੱਥੇ ਨਿਕਲ ਜਾਓ ਮੈਂ ਤੁਹਾਨੂੰ ਕੁਝ ਨਹੀਂ ਕਵਾਂਗਾ। ਹਿੰਦੂ ਰਾਜਿਆਂ ਨੇ ਵੀ ਸਹੁੰਆਂ ਫਿਰ ਖਾਧੀਆਂ। ਮਹਾਰਾਜ ਕਹਿੰਦੇ ਨਹੀਂ ਇਹ ਝੂਠੇ ਨੇ। ਸਿੰਘਾਂ ਨੇ ਜਾ ਕੇ ਮਾਤਾ ਗੁਜਰ ਕੌਰ ਜੀ ਨੂੰ ਦੱਸਿਆ, ਮਾਤਾ ਗੁਜਰੀ ਜੀ ਨੂੰ, ਕਹਿੰਦੇ ਪਾਤਸ਼ਾਹ ਨੂੰ ਮਨਾ ਲਓ, ਕਿਲਾ ਛੱਡ ਜਾਈਏ, ਹੁਣ ਸਿਆ ਨਹੀਂ ਜਾਂਦੀ, ਭੁੱਖ ਨਹੀਂ ਸਹੀ ਜਾਂਦੀ। ਕਹਿੰਦੇ ਲੜ ਕੇ ਮਰਨਾ ਮਨਜ਼ੂਰ ਹੈ, ਪਰ ਭੁੱਖੇ ਰਹਿ ਕੇ ਕਿਵੇਂ ਮਰੀਏ। ਸੋ ਇਉਂ ਕਹਿੰਦਿਆਂ ਹੋਇਆਂ ਕੀ ਹੁੰਦਾ ਹੈ, ਉਸ ਵੇਲੇ ਮਾਤਾ ਜੀ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਵੀ ਸਿੰਘ ਤਾਂ ਇਉਂ ਕਹਿੰਦੇ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ, ਨਾਓ ਦੈਟ ਇਜ਼ ਦ ਡੇ, ਜਿਹੜਾ ਯੈਸਟਰਡੇ ਦਾ ਦਿਨ ਸੀਗਾ 5th ਪੋਹ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਕਿ ਸਿੰਘੋ ਰੁਕ ਜਾਓ, ਤੁਹਾਨੂੰ ਦੁਨੀਆ ਦਾ ਰਾਜ ਦਿਆਂਗੇ। ਸਿੰਘ ਕਹਿੰਦੇ ਨਹੀਂ ਮਹਾਰਾਜ ਹੁਣ ਨਹੀਂ ਠਹਿਰਿਆ ਜਾਂਦਾ। ਮਹਾਰਾਜ ਕਹਿੰਦੇ 8 ਦਿਨ, ਮੈਂ ਤੁਹਾਤੋਂ 8 ਦਿਨ ਮੰਗਦਾ ਹਾਂ, ਸਿਰਫ 8 ਦਿਨ, ਇਹ ਦੇਸ਼ ਵਾਸਤੇ ਤੁਸੀਂ ਹੋਰ ਰੁਕ ਜਾਓ। ਕਹਿੰਦੇ ਮਹਾਰਾਜ ਇੱਕ ਘੜੀ ਵੀ ਨਹੀਂ ਆਪਾਂ ਤੋਂ ਰੁਕਿਆ ਜਾਂਦਾ। ਮਹਾਰਾਜ ਨੇ ਫਿਰ ਉਹਨਾਂ ਤੋਂ ਨੋਟ ਲਿਆ, ਕਹਿੰਦੇ ਤੁਸੀਂ ਲਿਖ ਦਿਓ ਕਿ ਤੁਸੀਂ ਜਾਣਾ ਚਾਹੁੰਦੇ ਹੋ, ਪਰ ਉਹ ਬੇਦਾਵਾ ਨਹੀਂ ਸੀਗਾ। ਬੇਦਾਵਾ 40 ਮੁਕਤੀਆਂ ਦਾ ਉਹ ਹੋਰ ਜਿਹੜੀ ਹੈ ਹੋਰ ਗੱਲ ਹੈ, ਉਹ ਗੱਲ ਇਹਦੇ ਨਾਲ ਜੁੜਦੀ ਨਹੀਂ। ਉਹ ਮਹਾਰਾਜ ਨੇ ਇੱਕ ਨੋਟ ਲਿਆ ਵੀ ਤੁਸੀਂ ਲਿਖ ਕੇ ਦੇ ਦਿਓ, ਦਸਤਖਤ ਕਰ ਦਿਓ ਵੀ ਤੁਸੀਂ ਜਾਣਾ ਹੀ ਹੈ। 700 ਸਿੱਖਾਂ ਨੇ ਸਾਈਨ ਕਰਕੇ ਮਹਾਰਾਜ ਨੂੰ ਦਿੱਤਾ ਕਿ ਅਸੀਂ ਜਾਣਾ ਹੈ। 40 ਸਿੱਖ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਨਹੀਂ ਸਾਈਨ ਕੀਤਾ, ਕਹਿੰਦੇ ਅਸੀਂ ਨਹੀਂ ਕਰਨਾ ਮਹਾਰਾਜ, ਜਿੱਥੇ ਤੁਸੀਂ ਰੱਖੋਗੇ ਅਸੀਂ ਉੱਥੇ ਰਵਾਂਗੇ, ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਬੈਠਾਂਗੇ ਖੜਾਂਗੇ, ਮਹਾਰਾਜ ਤੁਹਾਡੇ ਹੁਕਮ 'ਚ ਰਵਾਂਗੇ। ਉਹ 40 ਸਿੰਘਾਂ ਨੇ ਇਹ ਕਹਿ ਦਿੱਤਾ। ਕੀ ਹੁੰਦਾ ਹੈ, ਮਹਾਰਾਜ ਕੇ 8 ਦਿਨ ਠਹਿਰ ਜੋ ਦੁਨੀਆ ਦਾ ਰਾਜ ਦਿਆਵਾਂਗੇ। ਸਿੱਖ ਕਹਿੰਦੇ ਨਹੀਂ ਠਹਿਰਨਾ। ਮਹਾਰਾਜ ਨੇ ਬਚਨ ਪਤਾ ਕੀ ਕੀਤਾ, ਚੱਲ ਫਿਰ। ਉਹ ਦਿਨ ਸੀਗਾ 5th ਪੋਹ until 13th ਪੋਹ, 8 ਦਿਨ ਬਣਦੇ ਨੇ। ਮਹਾਰਾਜ ਕਹਿੰਦੇ 8 ਦਿਨਾਂ ਵਿੱਚ ਸਾਰੇ ਸ਼ਹੀਦ ਹੋਣਗੇ। ਮਹਾਰਾਜ ਨੇ ਬਚਨ ਕਹਿੰਦੇ ਹੁਣ 8 ਦਿਨਾਂ ਵਿੱਚ ਸ਼ਹੀਦੀਆਂ ਪਾਉਣੀਆਂ ਪੈਣਗੀਆਂ। ਤੇ ਮਹਾਰਾਜ ਨੇ ਉਸੇ ਵੇਲੇ ਜਿਹੜਾ ਹੈ ਮਹਾਰਾਜ ਨੇ ਹੁਕਮ ਜਾਰੀ ਕਰ ਦਿੱਤਾ, ਚਲੋ ਕਹਿੰਦੇ ਚੱਕੋ ਹੁਣ ਆਪਣਾ ਸਮਾਨ। ਤੇ ਚੱਲਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਸੀਸਗੰਜ ਜਾਂਦੇ ਨੇ। ਇੱਕ ਸੀਸਗੰਜ ਜਿਹੜਾ ਹੈ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਹੈ, ਉਹ ਕੰਪਾਊਂਡ ਦੇ ਵਿੱਚ ਥੋੜੀ ਜਿਹੀ ਦੂਰੀ ਤੇ ਹੈ। ਉਹ ਸੀਸਗੰਜ ਕਿਉਂ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਦਿੱਲੀ ਵਿੱਚੋਂ ਆਇਆ ਸੀ, ਭਾਈ ਜੇਤਾ ਜੀ ਲੈ ਕੇ ਆਏ ਕਿਰਤਪੁਰ ਸਾਹਿਬ ਤੋਂ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਪਾਲਕੀ ਵਿੱਚ ਰੱਖ ਕੇ ਉਹ ਸੀਸ ਨੂੰ ਅਨੰਦਪੁਰ ਸਾਹਿਬ ਵਿੱਚ ਲੈ ਕੇ ਆਏ। ਇਹ ਥਾਂ ਤੇ ਆ ਕੇ ਸੰਸਕਾਰ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਨੇ ਉੱਥੇ ਜਾ ਕੇ ਅਰਦਾਸ ਕੀਤੀ, ਪਾਤਸ਼ਾਹ ਹੁਣ ਆਗਿਆ ਦਿਓ, ਅਸੀਂ ਕਿਲਾ ਛੱਡਣਾ ਹੈ। ਤੇ ਉੱਥੇ ਗੁਰਬਖਸ਼ ਜਿਹੜਾ ਸੀਗਾ ਮਹੰਤ, ਉਹਦੀ ਡਿਊਟੀ ਸਤਿਗੁਰਾਂ ਨੇ ਲਾਈ ਕਿ ਤੂੰ ਇੱਥੇ ਜੋਤ ਜਗਾਉਣੀ ਹੈ, ਇੱਥੇ ਤੂੰ ਜਿਹੜਾ ਹਨ ਦੇਗ ਬਣਾਉਣੀ ਹੈ ਹਰ ਰੋਜ਼, ਤੇ ਇੱਥੇ ਤੂੰ ਰਹਿਣਾ ਹੈ, ਇਹ ਥਾਂ ਦੀ ਤੂੰ ਸੇਵਾ ਕਰਨੀ ਹੈ। ਉਹ ਗੁਰਬਖਸ਼ ਜਿਹੜਾ ਸੋਢੀ ਸੀਗਾ ਉਹਨੂੰ ਮਹਾਰਾਜ ਨੇ ਉੱਥੇ ਬਿਠਾਉਣਾ ਕੀਤਾ। ਹੁਣ ਦੇਖੋ ਗੁਰੂ ਮਹਾਰਾਜ ਜੀ ਕਿਲੇ ਵਿੱਚੋਂ ਬਾਹਰ ਨਿਕਲਦੇ ਨੇ। 12 AM ਤੋਂ ਜਿਹੜਾ ਬਾਅਦ ਦਾ ਸਮਾਂ 6 ਪੋਹ ਵਾਲਾ ਦਿਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੱਧੀ ਰਾਤ, ਐਂਡ ਰਿਮੈਂਬਰ ਦਿਸ ਵਾਸ ਵਿੰਟਰ ਵਾਲੇ ਦਿਨ ਨੇ, ਸਰਦੀਆਂ ਵਾਲੇ ਦਿਨ ਨੇ, ਠੰਡ ਕੜਕਦੀ ਪੈ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਲੇ ਤੋਂ ਬਾਹਰ ਆਉਂਦੇ ਨੇ। ਉਹ ਹਨੇਰੇ ਵਿੱਚੋਂ ਨਿਕਲੇ, ਖੜਕਾ ਹੋਇਆ ਤੇ ਜਾ ਕੇ ਉਹ ਫੌਜਾਂ ਨੂੰ ਪਤਾ ਲੱਗ ਗਿਆ ਜਿਹੜੀ 1.3 ਮਿਲੀਅਨ ਫੌਜਾਂ ਦੇ ਵਿੱਚੋਂ 8 ਮਹੀਨਿਆਂ ਦੇ ਵਿੱਚ ਉਹਨਾਂ ਦੇ 400,000 ਬੰਦੇ ਮਾਰੇ ਗਏ ਸੀ। 900,000 ਬੰਦਾ ਰਹਿ ਗਿਆ ਸੀ ਉਹਨਾਂ ਦਾ ਉੱਥੇ।
ਤੇ 9 ਲੱਖ ਜਿਹੜੀ ਆਮੀ ਬੈਠੀ ਸੀ ਉਹਨੂੰ ਪਤਾ ਲੱਗ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਧਰੋਂ ਕੀਰਤਪੁਰ ਨੂੰ ਹੁੰਦੇ ਹੋਏ ਸਤਿਗੁਰੂ ਜੀ ਸਰਸਾ ਵੱਲ ਜਾ ਰਹੇ ਨੇ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਸਿੰਘੋ ਅੰਮ੍ਰਿਤ ਵੇਲਾ ਆਸਾ ਦੀ ਵਾਰ ਦਾ ਕੀਰਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਬੈਠ ਕੇ ਆਪ ਜਪਜੀ ਸਾਹਿਬ ਕੀਤਾ, ਜਾਪ ਸਾਹਿਬ ਕੀਤਾ, ਜਿਹੜਾ ਹਨ ਸਵਈਏ ਪੜ੍ਹੇ ਸਤਿਗੁਰਾਂ ਨੇ, ਬੇਨਤੀ ਚੌਪਈ ਦਾ ਪਾਠ ਕਰਕੇ ਆਨੰਦ ਸਾਹਿਬ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਿੰਘਾਂ ਤੋਂ ਕਰਾਇਆ। ਨਾ ਇਹ ਜਿਹੜਾ ਫੈਕਟ ਕਿੱਥੋਂ ਮਿਲਦਾ ਹੈ? ਇਹ ਗੋਹਜ ਪੋਥੀ ਹੈ ਜੋ ਹਜੂਰ ਸਾਹਿਬ ਦੇ ਵਿੱਚ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵਿੱਚ ਲਿਖੀ ਹੋਈ ਸੀਗੀ। ਉਹ ਪੋਥੀ ਵਿੱਚੋਂ ਪਤਾ ਲੱਗਦਾ ਸਤਿਗੁਰਾਂ ਨੇ ਉੱਥੇ ਆਸਾ ਦੀ ਵਾਰ ਦਾ ਕੀਰਤਨ ਕਰਾਇਆ। ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਇਹ ਕੀ ਕਰ ਰਹੇ ਹੋ? ਪਿੱਛੇ ਫੌਜਾਂ ਆ ਰਹੀਆਂ ਨੇ, 9 ਲੱਖ ਆ ਰਹੀ ਹੈ, ਆਪਾਂ ਛੇਤੀ ਨਿਕਲ ਜਾਈਏ। ਸਤਿਗੁਰੂ ਜੀ ਕਹਿੰਦੇ ਦੇਖ, ਕਹਿੰਦੇ ਸਿੰਘਾਂ ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ, ਉਹਨੂੰ ਜਿਉਂਦਿਆਂ ਰਹਿ ਕੇ ਵੀ ਕਰਨਾ ਵੀ ਕੀ ਹੈ? ਇਹ ਲਾਈਫ ਦਾ ਲਕਸ਼ ਜਿਹੜਾ ਹੈ ਕੀ ਹੈ? ਵੀ ਆਪਾਂ ਨਾਮ ਜਪਣਾ ਹੈ, ਅੰਮ੍ਰਿਤ ਵੇਲਾ ਸੰਭਾਲਣਾ ਹੈ। ਕਹਿੰਦਾ ਜੇ ਇਹੀ ਨਾ ਰਿਹਾ ਤਾਂ ਬਚਾ ਕੇ ਆਪਣੇ ਸਰੀਰ ਨੂੰ ਕਰਨਾ ਕੀ ਹੈ? ਸਤਿਗੁਰਾਂ ਨੇ ਇਹ ਬਚਨ ਕੀਤਾ ਤਾਂ ਭਾਈ ਦਇਆ ਸਿੰਘ ਨੇ ਮੱਥਾ ਟੇਕ ਦਿੱਤਾ। ਆਸਾ ਦੀ ਵਾਰ ਦਾ ਕੀਰਤਨ ਹੋਇਆ, ਉਧਰੋਂ ਫੌਜਾਂ ਆ ਰਹੀਆਂ ਨੇ, ਸੋ ਸ਼ਾਹੀ ਟਿੱਬੀ ਤੇ ਉਹ ਫੌਜਾਂ ਆ ਗਈਆਂ ਤਾਂ ਉਧਰ ਜਿਹੜਾ ਹਨ ਸਾਹਿਬਜ਼ਾਦਾ ਅਜੀਤ ਸਿੰਘ 50 ਸਿੰਘਾਂ ਦੇ ਨਾਲ ਜਾ ਕੇ ਉਹਨਾਂ ਨਾਲ ਟਾਕਰਾ ਕੀਤਾ। ਨਾਓ ਜਸਟ ਇਮੇਜਿਨ 50 ਸਿੱਖਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਵਾਸ ਜਸਟ 16 years old, 16 ਸਾਲ ਦੀ ਉਹਨਾਂ ਦੀ ਉਮਰ ਹੈ। 50 ਸਿੱਖਾਂ ਦੇ ਨਾਲ 9 ਲੱਖ ਫੌਜ ਨੂੰ ਉਹਨੇ ਰੋਕ ਕੇ ਰੱਖਿਆ ਜਦੋਂ ਤੱਕ ਆਸਾ ਦੀ ਵਾਰ ਹੁੰਦੀ ਗਈ। ਤੇ ਜਦੋਂ ਆਸਾ ਦੀ ਵਾਰ ਹੁੰਦੀ ਰਹੀ ਉਸ ਹਸਤਾਨ ਦੇ ਉੱਤੇ ਕਿਸੇ ਨੇ ਗੋਲੀ ਨਹੀਂ ਚਲਾਈ, ਕੁਛ ਨਹੀਂ ਚੱਲਿਆ। ਮਹਾਰਾਜ ਨੇ ਆਨੰਦ ਦੇ ਨਾਲ ਜਿਹੜਾ ਹਨ ਆਸਾ ਦੀ ਵਾਰ ਦਾ ਕੀਰਤਨ ਸੁਣਿਆ। ਤਾਂ ਕੀ ਹੁੰਦਾ ਹੈ ਜਦੋਂ ਆਸਾ ਦੀ ਵਾਰ ਦਾ ਭੋਗ ਪੈਂਦਾ ਉਦੋਂ ਹੀ ਗੋਲੀਆਂ ਚੱਲਣ ਲੱਗ ਜਾਂਦੀਆਂ ਨੇ। ਦੇਖੋ ਸਤਿਗੁਰੂ ਦੀ ਕਿਰਪਾ ਕਿੱਡੀ ਵੱਡੀ ਹੈ। ਇਹ ਜਿਹੜੀ ਹੈ ਦੇਖੋ ਬਾਣੀ ਦੀ ਸ਼ਕਤੀ ਕਿੱਡੀ ਵੱਡੀ ਹੈ, ਗੁਰੂ ਮਹਾਰਾਜ ਦੇ ਪ੍ਰੈਜ਼ੈਂਸ ਦੀ ਸ਼ਕਤੀ ਕਿੱਡੀ ਹੈ। ਸੋ ਕੀ ਹੁੰਦਾ ਹੈ, ਸਾਹਿਬਜ਼ਾਦਾ ਅਜੀਤ ਸਿੰਘ ਲੜ ਰਹੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠ ਕੇ ਖੜੇ ਹੋਏ, ਜੰਗ ਵਾਸਤੇ ਤਿਆਰ ਹੋਏ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਨਿਕਲ ਜਾਓ, ਇਹਨਾਂ ਨੂੰ ਅਸੀਂ ਸੰਭਾਲਾਂਗੇ। ਕੀ ਹੋਇਆ ਉਸ ਵੇਲੇ ਭਾਈ ਉਦੇ ਸਿੰਘ ਨੂੰ ਮਹਾਰਾਜ ਨੇ ਭੇਜਿਆ ਕਿ ਜਿਹੜਾ ਹਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਲੈ ਕੇ ਆਓ। ਜਿਹੜਾ ਹਨ ਭਾਈ ਉਦੇ ਸਿੰਘ ਜਾਣ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਾ ਹੈ, ਕਹਿੰਦਾ ਸਤਿਗੁਰੂ ਜੀ ਇਹ ਅਖੀਰਲੇ ਦਰਸ਼ਨ ਹਨ। ਮਹਾਰਾਜ ਹੁਣ ਨਹੀਂ ਆਪਣੇ ਦਰਸ਼ਨ ਹੋਣੇ, ਕਹਿੰਦੇ ਪਾਤਸ਼ਾਹ ਹੁਣ ਸ਼ਹੀਦੀ ਪਾ ਲੈਣੀ ਹੈ। ਮਹਾਰਾਜ ਨੇ ਗੁਲਵਕੜੀ ਚ ਲਿਆ, ਕਹਿੰਦੇ ਮੰਗ ਉਦੇ ਸਿੰਘ ਕੀ ਮੰਗਦਾ ਹੈ, ਤੈਨੂੰ ਕੀ ਦਈਏ? ਗੁਰੂ ਨਾਨਕ ਦਾ ਘਰ ਤੇਰੇ ਵਾਸਤੇ ਖੁੱਲਾ ਹੈ। ਉਦੇ ਸਿੰਘ ਨੇ ਪਤਾ ਕੀ ਮੰਗਿਆ? ਕਹਿੰਦੇ ਸਤਿਗੁਰੂ ਜੀ ਜਦੋਂ ਵੀ ਸਮਾਂ ਮਿਲੇ ਇਹ ਦੁਨੀਆ ਦੇ ਵਿੱਚ ਤੁਸੀਂ ਸਾਨੂੰ ਫੇਰ ਭੇਜਿਓ, ਅਸੀਂ ਫੇਰ ਆ ਕੇ ਸ਼ਹੀਦੀਆਂ ਪਾਉਣੀਆਂ। ਹਰ ਵੇਲੇ ਅਸੀਂ ਫੇਰ ਦੁਨੀਆ ਤੇ ਆਵਾਂਗੇ, ਤੇਰੇ ਖਾਲਸੇ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਮਹਾਰਾਜ ਇਹੀ ਵਰ ਦੇ ਦਿਓ। ਦੇਖੋ ਉਦੇ ਸਿੰਘ ਨੇ ਮੰਗਿਆ ਤੇ ਮੰਗਿਆ ਵੀ ਕੀ, ਚਲਿਆ ਜਾਂਦਾ ਹੈ ਉੱਥੇ ਤੇ ਉਹਨਾਂ ਨੇ ਜੰਗ ਕੀਤਾ। ਦੇਗਾ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ, ਇਕੱਲੇ ਭਾਈ ਉਦੇ ਸਿੰਘ ਖੜੇ ਰਹਿੰਦੇ ਨੇ ਤੇ ਸਵਾ ਪੈਰ ਤੱਕ ਲੜਦੇ ਰਹੇ। 3 hours and 45 minutes ਵਾਸਤੇ ਅੱਡੀ ਫੌਜ ਦਾ ਟਾਕਰਾ ਉਹਨਾਂ ਨੇ ਕੀਤਾ। ਉਹਨਾਂ ਤੋਂ ਬਾਅਦ ਭਾਈ ਜੀਵਨ ਸਿੰਘ ਜੀ ਜਾਂਦੇ ਨੇ, ਜਿਹੜੇ ਭਾਈ ਜੇਤਾ ਜੀ ਮਹਾਰਾਜ ਦਾ ਸੀਸ ਲੈ ਕੇ ਆਏ ਸੀ ਦਿੱਲੀ ਤੋਂ, ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਂ ਜੀਵਨ ਸਿੰਘ ਪਿਆ। ਜੀਵਨ ਸਿੰਘ ਨੇ ਜਾ ਕੇ ਸ਼ਹੀਦੀ ਪਾਈ, ਉਹਨਾਂ ਨੇ ਵੀ ਸਵਾ ਪੈਰ ਸਾਰੀ ਜਿਹੜਾ ਰੋਕ ਕੇ ਰੱਖਿਆ। ਹੁਣ ਸਰਸਾ ਦੇ ਉੱਤੇ ਕੀ ਹੁੰਦਾ ਹੈ, 700 ਜਿਹੜਾ ਸਿੱਖ ਸ਼ਹੀਦ ਹੁੰਦਾ, 700। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹ 40 ਸਿੰਘ ਹਨ, 40 ਸਿੰਘ ਹਨ, ਜਿਨ੍ਹਾਂ ਦੇ ਨਾਲ ਜਿਹੜਾ ਹਨ ਸਾਹਿਬਜ਼ਾਦਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੀ ਨਾਲ ਹਨ। ਉਹਨਾਂ ਨੇ ਸਰਸਾ ਨੂੰ ਪਾਰ ਕਰਕੇ ਸਤਿਗੁਰੂ ਜੀ ਅਗਲੇ ਪਾਸੇ ਨਿਕਲਦੇ ਹਨ। ਹੁਣ ਦੇਖੋ ਕੀ ਹੁੰਦਾ ਹੈ, ਪਿੱਛੇ ਜਿਹੜੇ ਹਨ ਸਿੰਘ ਸਾਰੇ ਦੇ ਸਾਰੇ ਸ਼ਹੀਦ ਹੁੰਦੇ ਨੇ। ਸਰਸਾ ਦੇ ਵਿੱਚੋਂ ਜਿਹੜੇ ਹਨ ਕਈ ਮੁਗਲਾਂ ਨੂੰ ਰੋੜ ਕੇ ਲੈ ਗਈ ਸਰਸਾ, ਸੋ ਉਹਨਾਂ ਦਾ ਬੜਾ ਨੁਕਸਾਨ ਹੋਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਤੁਰਦੇ ਹੋਏ, ਉੱਥੋਂ ਆਉਂਦੇ ਹੋਏ ਸਤਿਗੁਰੂ ਜੀ ਹੌਲੀ ਹੌਲੀ ਕਰਦੇ ਹੋਏ, ਕਿਉਂਕਿ ਰਸਤੇ ਦੇ ਵਿੱਚ ਵੀ ਬੜੇ ਜਿਹੜੀਆਂ ਔਕੜਾਂ ਆਈਆਂ। ਹੁਣ ਦੇਖੋ ਇਹ ਸਰਸਾ ਦੇ ਵਿੱਚ 3 ਗਰੁੱਪ ਬਣ ਗਏ। ਇੱਕ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਨਾਲ ਇੱਕ ਪਾਸੇ ਹੋ ਗਏ। ਦੂਸਰੇ ਪਾਸੇ ਮਹਿਲ ਹਨ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ, ਉਹ ਇੱਕ ਪਾਸੇ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਜਿਹੜਾ ਹਨ ਪਰਿਵਾਰ ਵਿਛੋੜਾ ਹੁੰਦਾ ਹੈ। ਹੁਣ ਇਸ ਅਸਥਾਨ ਦਾ ਨਾਮ ਪਰਿਵਾਰ ਵਿਛੋੜਾ ਹੈ। ਕਹਿੰਦੇ ਜਦੋਂ ਇਹ ਗੁਰਦੁਆਰਾ ਸਾਹਿਬ ਹਜੇ ਬਣਿਆ ਨਹੀਂ ਸੀ, ਕਹਿੰਦੇ ਇਹ ਰਸਤੇ ਦੀ ਨਾ ਇੱਕ ਸੜਕ ਕੱਢਣ ਲੱਗੇ ਸੀਗੇ। ਇਹ ਜਿਹੜਾ ਹਨ ਇਹ ਜਿਹੜੀ ਗੱਲ ਹੋਈ ਨੂੰ ਮਤਲਬ ਕਿ 30-40 ਸਾਲਾਂ ਦੀ ਗੱਲ ਹੈ।
ਜਿਹੜੇ 30 to 40 years ago ਕੀ ਹੋਇਆ, ਉੱਥੇ ਸੜਕ ਕੱਢਣ ਲੱਗੇ, ਜਦੋਂ ਉਹਨਾਂ ਨੇ ਡਿਗਿੰਗ ਕੀਤੀ ਨਾ, ਕਹਿੰਦੇ ਵਿੱਚੋਂ ਸਿੰਘਾਂ ਦੀਆਂ ਬੋਡੀਆਂ ਨਿਕਲੀਆਂ, ਤੇ ਕਹਿੰਦੀਆਂ ਬੋਡੀਆਂ ਜਿਹੜੀਆਂ ਹਨ ਨਿਕਲੀਆਂ, ਉਹਨਾਂ ਦੇ ਸ਼ਾਸਤਰ ਵਿੱਚੋਂ ਨਿਕਲੇ ਜਦੋਂ ਧਰਤੀ ਨੂੰ ਪੁੱਟਿਆ। ਸੋ ਇਸ ਕਰਕੇ ਕੀ ਹੋਇਆ, ਉੱਥੇ ਉਹਨਾਂ ਦੀਆਂ ਬੋਡੀਆਂ ਨੂੰ ਇਕੱਠੀਆਂ ਕਰਕੇ ਸੰਸਕਾਰ ਕੀਤਾ, ਤੇ ਉਹਨਾਂ ਦੀ ਜਿਹੜੀ ਰਾਖ ਸੀਗੀ ਉਹ ਚੱਕ ਕੇ ਜਿਹੜੀਆਂ ਗਾਗਰ 'ਚ ਪਾ ਕੇ ਕਹਿੰਦੇ ਉੱਥੇ ਹੀ ਜਿਹੜਾ ਹਨ ਦੱਬ ਦਿੱਤੀ, ਜਿਹੜਾ ਬਰਿਤ ਕਰ ਦਿੱਤੀ, ਤੇ ਉਹਦੇ ਉੱਤੇ ਪਰਿਵਾਰ ਵਿਛੋੜਾ ਗੁਰਦੁਆਰਾ ਬਣਾ ਦਿੱਤਾ। ਦੇਖੋ ਜਿਹੜਾ ਹਨ ਇਹ ਨਿਸ਼ਾਨੀਆਂ, ਇਹ ਕਹਾਣੀਆਂ ਕੋਈ ਝੂਠੀਆਂ ਨਹੀਂ, ਕੋਈ ਕਹਿ ਦਿੰਦਾ ਜੀ ਇਹ ਤਾਂ ਉਹੀ ਲਿਖ ਦਿੱਤੀਆਂ ਨੇ, ਇਹਨਾਂ ਦੇ ਸਬੂਤ ਹੁਣ ਤੱਕ ਮਿਲਦੇ ਆ, ਪ੍ਰਤੱਖ ਸਬੂਤ। ਸੋ ਕੀ ਹੁੰਦਾ ਹੈ ਇੱਥੋਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖੋ ਮਹਾਰਾਜ ਜਦੋਂ ਕਿੰਨਾ ਦੁਖੜਾ ਆਪਣੇ ਸਰੀਰ ਤੇ ਸਹਾਰਦੇ ਹੋਏ ਸਤਿਗੁਰੂ ਜੀ ਮਹਾਰਾਜ ਜੀ ਉੱਥੋਂ ਚੱਲੇ, ਤੇ ਥੱਕੇ ਥਕਾਏ ਰਸਤੇ ਦੇ ਵਿੱਚ ਮਲਕਪੁਰ ਦੇ ਵਿੱਚ ਕਈ ਪਠਾਣਾਂ ਨੇ ਸਤਿਗੁਰਾਂ ਦਾ ਰਸਤਾ ਰੋਕਿਆ। ਭਾਈ ਬਚਿੱਤਰ ਸਿੰਘ ਨੇ ਉੱਥੇ ਖੜ ਕੇ ਜੰਗ ਕੀਤਾ, ਜਿਨ੍ਹਾਂ ਨੇ ਹਾਥੀ ਨੂੰ ਨਾਗਣੀ ਬਰਛਾ ਮਾਰਿਆ ਸੀ। ਉਹ ਭਾਈ ਬਚਿੱਤਰ ਸਿੰਘ ਮਲਕਪੁਰ ਦੇ ਵਿੱਚ ਉਹ ਜਿਹੜੇ ਹਨ ਇਕੱਲੇ ਖੜ ਕੇ ਲੜਦੇ ਹਨ, ਤੇ ਉੱਥੇ ਉਹਨਾਂ ਦਾ ਜਿਹੜਾ ਸਰੀਰ ਜਿਹੜਾ ਹਨ ਜ਼ਖਮੀ ਹੋ ਜਾਂਦਾ, ਵੁੰਡਡ ਹੋ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਨੂੰ ਭੇਜਿਆ ਕਿ ਭਾਈ ਬਚਿੱਤਰ ਸਿੰਘ ਦਾ ਸਰੀਰ ਚੱਕ ਕੇ ਲਿਆਓ। ਚੱਕ ਕੇ ਲਿਆਉਂਦੇ ਹਨ ਕਿੱਥੇ, ਉੱਥੇ ਜਿੱਥੇ ਜਿਹੜਾ ਅੱਜ ਕੱਲ੍ਹ ਭੱਠਾ ਸਾਹਿਬ ਗੁਰਦੁਆਰਾ ਹੈ। ਸੋ ਜਿਹੜਾ ਹਨ ਨਵਾਬ ਖਾਨ ਜਿਹੜਾ ਸੀਗਾ ਉੱਥੇ, ਨਿਹਾਨ ਖਾਨ ਉਹਦਾ ਨਾਂ ਸੀਗਾ। ਸੋ ਇਹ ਜਿਹੜਾ ਹਨ ਉੱਥੇ ਪਹੁੰਚਿਆ, ਉੱਥੇ ਪਹੁੰਚ ਕਰਕੇ ਜਿਹੜਾ ਹਨ ਸਤਿਗੁਰੂ ਸੱਚੇ ਪਾਤਸ਼ਾਹ ਥੋੜੀ ਜਿਹੀ ਪਹਿਲਾਂ ਪਹੁੰਚ ਗਏ, ਤੇ ਉੱਥੇ ਕੋਈ ਬੰਦੇ ਬੈਠੇ ਸਨ ਜਿਹੜੇ ਮਜ਼ਦੂਰ ਸਨ, ਜਿਹੜੇ ਕਲਿੰਨ ਤੇ ਕੰਮ ਕਰਦੇ ਸਨ, ਪੱਠੇ ਤੇ, ਹੁਣ ਜਿਹਨੂੰ ਪੱਠਾ ਕਹਿੰਦੇ ਆ ਨਾ, ਬ੍ਰਿਕਲਿੰਗ ਜਿਹੜਾ ਹੁੰਦਾ ਹੈ। ਸੋ ਉਹ ਅਸਥਾਨ ਤੇ ਇਹ ਬੰਦੇ ਪਾਸੇ ਬੈਠੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਭਾਈ ਦੱਸੋ ਕੋਈ ਥਾਂ ਹੈ ਬੈਠਣ ਵਾਸਤੇ। ਉਹਨਾਂ ਨੇ ਸਤਿਗੁਰਾਂ ਨਾਲ ਮਖੌਲ ਕੀਤਾ, ਟੀਚਰ ਕੀਤੀ, ਕਹਿੰਦੇ 20 ਕੋ ਹੁਣ ਐਵੇਂ ਹਿਸਾਬ ਲਾ ਲਓ, ਟਾਈਮ 2.5 ਕਿੰਨਾ ਬਣਦਾ ਹੈ, 100 ਕਿਲੋਮੀਟਰਸ ਓਵਰ। ਕਹਿੰਦੇ ਤੁਸੀਂ ਲੋਥਾਂ ਵਿਛਾਉਂਦੇ ਆਏ ਹੋ, ਐਡਾ ਵੱਡਾ ਤੁਸੀਂ ਜੰਗ ਕੀਤਾ ਹੈ। ਇਮੇਜਿਨ ਕਰੋ, ਸਾਰੇ ਰਸਤੇ ਤੇ ਲੋਥਾਂ ਹੀ ਲੋਥਾਂ ਸੀਗੀਆਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਇੰਨੀਆਂ ਲੋਥਾਂ ਤੁਸੀਂ ਖਿਲਾਰ ਕੇ ਆਏ ਹੋ, ਤੇ ਹੁਣ ਬੈਠਣ ਵਾਸਤੇ ਥਾਂ ਲੱਭਦੇ ਹੋ। ਤੇ ਉਹਨਾਂ ਨੇ ਕੀ ਕੀਤਾ, ਮਖੌਲ ਕੀਤਾ, ਕਹਿੰਦੇ ਉਹ ਪੱਠਾ ਹੈ, ਦ ਪੱਠਾ ਵਾਸ ਰੀਅਲੀ ਬਰਨਿੰਗ ਹੌਟ, ਉਹਦੇ ਅੱਗ ਲੱਗੀ ਹੋਈ ਸੀ ਪੱਠੇ ਵਿੱਚ। ਕਹਿੰਦੇ ਉਹ ਥਾਂ ਤੇ ਤੁਹਾਡਾ ਥਾਂ ਉਹ ਹੈ, ਉੱਥੇ ਜਾ ਕੇ ਬਹਿ ਜਾਓ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵੇਲੇ ਨੀਲੇ ਨੂੰ ਜਿਹੜਾ ਹੱਥ ਲਾਇਆ, ਨੀਲਾ ਭੱਜ ਕੇ ਜਾ ਕੇ ਉਹ ਕਲਿੰਨ ਤੇ ਚੜ ਗਿਆ, ਉਹ ਜਿਹੜੀ ਬਰਨਿੰਗ ਹੌਟ ਸੀਗੀ। ਕੀ ਹੋਇਆ, ਜਦੋਂ ਸਤਿਗੁਰਾਂ ਦੇ ਘੋੜੇ ਨੇ ਉੱਥੇ ਪੈੜ ਲਾਇਆ ਨਾ, ਅੱਜ ਤੱਕ ਉਹ ਪੈੜ ਜਿਹੜੇ ਹਨ ਉਹ ਕਲਿੰਨ ਦੇ, ਉਹ ਜਿਹੜਾ ਪੱਥਰ ਦੇ ਉੱਤੇ ਉਹ ਮੱਗ ਪੈ ਗਏ ਆ ਵਿੱਚ, ਅੱਜ ਤੱਕ ਵੀ ਹੈਗੇ। ਭੱਠਾ ਸਾਹਿਬ ਗੁਰਦੁਆਰਾ ਜਾ ਕੇ ਦੇਖ ਲਓ, ਉਹ ਘੋੜਿਆਂ ਦੇ ਪੈੜ ਅੱਜ ਤੱਕ ਲੱਗੇ ਹੋਏ ਨੇ। ਸੋ ਉਹ ਜਿਹੜੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਸਤਿਗੁਰਾਂ ਨੇ ਆਪਣਾ ਦਸਤਾਰਾ ਖੋਲਿਆ। ਦਸਤਾਰ ਸਤਿਗੁਰਾਂ ਨੇ ਖੋਲ ਕਰਕੇ ਆਪਣੇ ਕੇਸਾਂ ਨੂੰ ਕੰਘਾ ਕੀਤਾ। ਕੰਘੇ ਤੇ ਜਿਹੜੇ ਕੇਸ ਆਏ ਸਨ ਨਾ, ਮਹਾਰਾਜ ਨੇ ਉਹਨਾਂ ਨੂੰ ਫੜ ਕੇ ਇਕੱਠੇ ਕਰਕੇ ਉਹੀ ਜਿਹੜੇ ਕਲਿੰਨ ਦੇ ਵਿੱਚ ਮਹਾਰਾਜ ਨੇ ਦੱਬ ਦਿੱਤੇ, ਜੋ ਅੱਜ ਤੱਕ ਵੀ ਹੈਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਆਰਾਮ ਕੀਤਾ। ਨਿਹੰਗ ਖਾਨ ਨੂੰ ਪਤਾ ਲੱਗਦਾ ਵੀ ਸਤਿਗੁਰੂ ਜੀ ਆਏ ਹਨ, ਤੇ ਉਹ ਸਤਿਗੁਰਾਂ ਦਾ ਸੇਵਕ ਸੀਗਾ, ਤੇ ਉਹ ਮਹਾਰਾਜ ਨੂੰ ਜਾਣਦਾ ਸੀਗਾ। ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਰਨਾਂ 'ਚ ਮੱਥਾ ਟੇਕਿਆ, ਮੁਆਫੀ ਮੰਗੀ, ਆਪਣੇ ਘਰ ਲੈ ਕੇ ਗਿਆ। ਸਤਿਗੁਰਾਂ ਦੀ ਬੜੀ ਸੇਵਾ ਕੀਤੀ, ਹੱਥ ਜੋੜ ਕੇ ਕਿਹਾ ਪਾਤਸ਼ਾਹ ਦੱਸੋ ਤੁਹਾਡੀ ਹੋਰ ਕੀ ਸੇਵਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਸ ਇਹ ਭਾਈ ਬਚਿੱਤਰ ਸਿੰਘ ਹੈ ਸਾਡਾ, ਇਹਨੂੰ ਜਿਹੜਾ ਹਨ ਥੋੜਾ ਜਿਹੀ ਇਹਦੀ ਸੇਵਾ ਕਰੋ। ਕਹਿੰਦੇ ਜਿੰਨੇ ਕਿ ਇਹਨਾਂ ਦੇ ਸਵਾਸ ਹਨ ਇਹਨੂੰ ਆਪਣੇ ਕੋਲ ਰੱਖ ਕੇ ਇਹਨਾਂ ਦੀ ਸੇਵਾ ਕਰੋ। ਉਹਦੀ ਇੱਕ ਲੜਕੀ ਸੀ ਮੁਮਤਾਜ਼। ਕਹਿੰਦੇ ਕੀ ਹੋਇਆ, ਭਾਈ ਬਚਿੱਤਰ ਸਿੰਘ ਦੀ ਬੋਡੀ ਜਿਹੜੀ ਹੈ ਨਿਹੰਗ ਖਾਨ ਨੇ ਜਿਹੜਾ ਹਨ ਉਸ ਵੇਲੇ ਜਦੋਂ ਉਹਦੇ ਘਰ ਵਿੱਚ ਸਾਰੀ ਫੌਜ ਆਈ ਨਾ ਗੁਰੂ ਗੋਬਿੰਦ ਸਿੰਘ ਨੂੰ ਲੱਭਦੀ ਹੋਈ, ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੋਂ ਚਲ ਗਏ ਸਨ। ਪਰ ਜਾਣ ਲੱਗਿਆਂ ਨੂੰ ਨਿਹੰਗ ਖਾਨ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਪਾਤਸ਼ਾਹ ਜੀ ਮੈਨੂੰ ਪਤਾ ਹੈ ਇਹ ਮੁਗਲਾਂ ਨੇ ਖਤਮ ਹੋ ਜਾਣਾ ਹੈ, ਪਰ ਮਹਾਰਾਜ ਸਾਨੂੰ ਬਚਾ ਲਿਓ। ਪਾਤਸ਼ਾਹ ਜੀ ਇਹ ਪਾਪੀ ਨੇ, ਮੈਂ ਜਾਣਦਾ ਇਹ ਪਾਪ ਕਰਦੇ ਨੇ, ਪਾਤਸ਼ਾਹ ਸਾਨੂੰ ਬਚਾ ਲਿਓ। ਮਹਾਰਾਜ ਨੇ ਆਪਣੇ 5 ਜਿਹੜੇ ਹਨ ਸ਼ਾਸਤਰ, ਜਿਹੜੇ ਮਹਾਰਾਜ ਦੇ ਜਿਹੜੇ ਹਨ ਕਮਰ ਕੱਸੇ ਵਾਲੇ ਨੇ, ਪਰਸਨਲ ਸ਼ਾਸਤਰ ਮਹਾਰਾਜ ਨੇ 5 ਦਿੱਤੇ ਨਿਹੰਗ ਖਾਨ ਨੂੰ। ਕਹਿੰਦੇ ਇਹਨਾਂ ਦੇ ਦਰਸ਼ਨ ਕਰਿਓ, ਇਹਨਾਂ ਦੀ ਸੇਵਾ ਕਰਿਓ, ਤੁਹਾਨੂੰ ਕੁਝ ਨਹੀਂ ਹੋਵੇਗਾ। ਨਾਓ ਪਾਰਟੀਸ਼ਨ ਵੇਲੇ ਜਦੋਂ 1947 ਦੇ ਵਿੱਚ ਪਾਰਟੀਸ਼ਨ ਹੋਇਆ, ਨਿਹੰਗ ਖਾਨ ਜਿਹੜਾ ਸੀਗਾ ਇਹਦਾ ਪਰਿਵਾਰ ਜਿਹੜਾ ਸੀਗਾ ਨਾ ਉਹ ਚਲਿਆ ਪਾਕਿਸਤਾਨ ਨੂੰ, ਤੇ ਉਹਨਾਂ ਨੇ ਉਹ ਸ਼ਾਸਤਰ ਲੈ ਕੇ ਭੱਠਾ ਸਾਹਿਬ ਜਿਹੜਾ ਗੁਰਦੁਆਰਾ ਸੀ ਉੱਥੇ ਦੇ ਦਿੱਤੇ। ਅੱਜ ਵੀ ਉਹਨਾਂ ਵਿੱਚੋਂ 3 ਸ਼ਾਸਤਰ ਦਰਸ਼ਨ ਹੁੰਦੇ ਨੇ, 2 ਗਵਾਚ ਗਏ ਹਨ।
ਸੋ ਇਉਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਾਅਦ ਜਦੋਂ ਆ ਕੇ ਘੇਰਾ ਪੈ ਗਿਆ, ਭਾਈ ਬਚਿੱਤਰ ਸਿੰਘ ਦੀ ਬੋਡੀ ਜਿਹੜੀ ਹਨ, ਉਹਨਾਂ ਦਾ ਸਰੀਰ ਜਿਹੜਾ ਸੀ ਨਾ ਜ਼ਖਮੀ, ਉਹਨਾਂ ਨੇ ਮੁਮਤਾਜ਼ ਦੇ ਕਮਰੇ ਵਿੱਚ ਰੱਖ ਦਿੱਤਾ। ਤੇ ਜਦੋਂ ਇਹਨਾਂ ਨੇ ਆ ਕੇ ਤਲਾਸ਼ੀ ਲਈ, ਹਰ ਇੱਕ ਕਮਰਾ ਦੇਖਿਆ ਤਾਂ ਮੁਮਤਾਜ਼ ਦਾ ਕਮਰਾ ਬੰਦ ਸੀਗਾ। ਉਸ ਵੇਲੇ ਨਿਹੰਗ ਖਾਨ ਨੂੰ ਕਹਿਣ ਲੱਗੇ, ਇਹਦੇ ਵਿੱਚ ਕੌਣ ਹੈ? ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਹੈ। ਉਹਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਜਵਾਈ ਕਿਹਾ। ਮੁਮਤਾਜ਼ ਅੰਦਰ ਬੈਠੀ, ਉਹਨੇ ਸੁਣ ਲਿਆ। ਭਾਈ ਬਚਿੱਤਰ ਸਿੰਘ 3 ਦਿਨਾਂ ਬਾਅਦ ਸ਼ਹੀਦੀ ਪਾ ਜਾਂਦਾ ਹੈ। ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਦੀ ਸਪਤਨੀ ਬਣ ਕੇ ਬਾਕੀ ਦੀ ਜ਼ਿੰਦਗੀ ਉਹਨੇ ਗੁਜ਼ਾਰੀ। ਦੇਖੋ, ਭਾਵੇਂ ਇੱਕ ਮੁਸਲਮਾਨ ਸੀ ਮੁਮਤਾਜ਼, ਕਹਿੰਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ ਨਾ, ਕਹਿੰਦੇ 125 years old ਤੱਕ ਰਹੀ ਮੁਮਤਾਜ਼। ਕਹਿੰਦੇ ਜਿੱਥੇ ਗੁਰੂ ਗੋਬਿੰਦ ਸਿੰਘ ਬੈਠਾ ਸੀ ਨਾ, ਉਹੀ ਅਸਥਾਨ ਨੂੰ ਥੜਾ ਬਣਾ ਕੇ ਨਾ ਉਹਨੇ ਸਾਰੀ ਦਿਹਾੜੀ ਮੂਹਰੇ ਬੈਠੀ ਰਹਿਣਾ ਤੇ ਮਹਾਰਾਜ ਦਾ ਜਾਪ, ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਧਿਆਨ ਕਰਦੀ ਰਹੀ। ਦੇਖੋ ਕਿੱਡੀ ਵੱਡੀ ਉਹਦੀ ਸੇਵਾ ਸੀ। ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਮਹਾਰਾਜ ਜੀ ਬਰਮ ਮਾਜਰੇ ਹੁੰਦੇ ਹੋਏ ਸਤਿਗੁਰੂ ਜੀ ਭੂਰ ਮਾਜਰੇ ਪਹੁੰਚਦੇ ਹਨ। ਭੂਰ ਮਾਜਰੇ ਸਤਿਗੁਰੂ ਜੀ ਉਹ ਰਾਤ ਜਿਹੜੀ 7 ਦੀ ਹੈ ਨਾ, ਹੁਣ ਦੇਖੋ ਇਹ ਜਿਹੜਾ 6 ਦੀ ਰਾਤ ਜਿਹੜੀ ਸੀਗੀ ਨਾ, 7ਵਾਂ ਦਿਨ ਚੜ੍ਹਨਾ ਹੈ। 6 ਦੀ ਰਾਤ ਸਤਿਗੁਰੂ ਜੀ ਭੂਰ ਮਾਜਰੇ ਪਹੁੰਚਦੇ ਹਨ। ਭੂਰ ਮਾਜਰੇ ਪਹੁੰਚ ਕਰਕੇ ਸਤਿਗੁਰੂ ਅੰਮ੍ਰਿਤ ਵੇਲੇ ਉੱਠੇ ਤੇ ਸਤਿਗੁਰੂ ਜੀ ਆਪਣੇ ਹੱਥ ਜਿਹੜੇ ਹਨ ਸੁੱਚੇ ਕਰ ਰਹੇ ਸਨ। ਇੱਕ ਸਿੰਘ ਕੋਲੇ ਖੜਾ ਪਾਣੀ ਪਾ ਰਿਹਾ ਸੀ ਮਹਾਰਾਜ ਦੇ ਕਵਲ ਹੱਥਾਂ ਦੇ ਉੱਤੇ। ਤੇ ਉਸ ਵੇਲੇ ਸਤਿਗੁਰੂ ਨੂੰ ਇੱਕ ਖੜਕਾ ਸੁਣਿਆ ਤੇ ਮਹਾਰਾਜ ਨੇ ਪੁੱਛਿਆ ਕੌਣ ਹੈ? ਉਹਨੇ ਆ ਕੇ ਦੱਸਿਆ, ਕਹਿੰਦੇ ਖਵਾਜਾ ਮਹਿਦੂਦ ਨੇ 1 ਮਿਲੀਅਨ ਫੌਜ ਹੋਰ ਮੰਗਾਈ ਹੈ ਦਿੱਲੀ ਤੋਂ, ਫਰੈਸ਼ ਫੌਜ। ਹੁਣ ਦੇਖੋ ਨਾ 900 ਪਿੱਛੇ ਆ ਰਹੀ ਹੈ, ਉਹਨਾਂ ਦੇ ਵਿੱਚੋਂ 300 to 400,000 ਤਾਂ ਮਰ ਚੁੱਕੇ ਹਨ। ਐਟਲੀਸਟ ਉਹਨਾਂ ਦੇ ਵਿੱਚੋਂ 500,000 5 ਲੱਖ ਫੌਜ ਹਜੇ ਹੈਗੀ ਸੀ। ਹੁਣ 1 ਮਿਲੀਅਨ ਫੌਜ ਹੋਰ ਆ ਗਈ। ਹੁਣ ਹੋ ਗਈ ਜੀ ਟੋਟਲ 1.5 ਮਿਲੀਅਨ ਫੌਜ ਫੇਰ ਹੋ ਗਈ। ਸਤਿਗੁਰੂ ਨੂੰ ਕਹਿੰਦੇ ਤੁਹਾਨੂੰ ਲੱਭਣ ਵਾਸਤੇ ਆ ਰਹੇ ਨੇ। ਹੁਣ ਭੂਰ ਮਾਜਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਵਿਚਾਰ ਕੀਤੀ, 2 ਰਸਤੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ। ਹੀ ਕੈਨ ਈਵਨ ਰਨ ਅਵੇ, ਉੱਥੋਂ ਛੁੱਟ ਕੇ ਐਸਕੇਪ ਹੋ ਕੇ ਭੱਜ ਸਕਦੇ ਨੇ। ਦੈਟ ਵਾਸ ਵਨ ਆਪਸ਼ਨ। The other option was that Guru Gobind Singh Maharaj Ji surrenders। ਤੀਜਾ ਆਪਸ਼ਨ ਕੀ ਹੈ? That Guru Gobind Singh Maharaj faced the 1.5 million ਫੌਜ। ਹੁਣ ਇਹ ਆਪਸ਼ਨ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਸੋਚਿਆ ਕਿ ਇਹਨਾਂ ਤੋਂ ਬਚਣਾ ਕੋਈ ਔਖਾ ਨਹੀਂ, ਬਹੁਤ ਸੌਖੀ ਗੱਲ ਸੀਗੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹੜਾ ਆਪਸ਼ਨ ਲਿਆ? ਕਹਿੰਦੇ ਇਹਨਾਂ ਨੂੰ ਹੱਥ ਦਿਖਾਉਣੇ ਜ਼ਰੂਰੀ ਨੇ, ਤਾਂ ਕਰਕੇ ਇਹਨਾਂ ਦੇ ਮਨ 'ਚ ਭਰਮ ਨਾ ਰਹਿ ਜਾਵੇ ਵੀ ਗੁਰੂ ਗੋਬਿੰਦ ਜਿਹੜਾ ਹਨ ਵੀ ਸੱਚ ਦੇ ਨਾਲ ਅਸੀਂ ਜਿੱਤ ਸਕਦੇ ਹਾਂ। ਵੀ ਕੈਨ ਵਿਨ ਓਵਰ ਦ ਟਰੂਥ। ਨਾਓ ਇਹ ਲੜਾਈ ਗੁਰੂ ਗੋਬਿੰਦ ਸਿੰਘ ਦੀ ਲੜਾਈ ਕੇਵਲ ਨਹੀਂ, ਗੁਰੂ ਗੋਬਿੰਦ ਸਿੰਘ ਕਿਸ ਵਾਸਤੇ ਲੜ ਰਿਹਾ? ਸੱਚ ਵਾਸਤੇ। ਕਹਿੰਦੇ ਸੱਚ ਕਿਤੇ ਜਿਹੜਾ ਹਨ ਕਿਤੇ ਵੀ ਜਿਹੜਾ ਢਿੱਲਾ ਜਾਂ ਵੀਕ ਨਹੀਂ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਵਿਚਾਰ ਕਰਕੇ ਸਤਿਗੁਰਾਂ ਨੇ ਉਹ 40 ਸਿੰਘ ਮਹਾਰਾਜ ਦੇ ਨਾਲ ਨੇ, ਜਿਨ੍ਹਾਂ ਵਿੱਚੋਂ 5 ਫੱਟੜ ਵੀ ਨੇ, 2 ਸਾਹਿਬਜ਼ਾਦੇ ਨੇ, ਜੋ ਬਾਬਾ ਅਜੀਤ ਸਿੰਘ 16 years old ਤੇ ਬਾਬਾ ਜੁਝਾਰ ਸਿੰਘ 11 years old। ਹੁਣ ਦੇਖੋ ਕੀ ਉਮਰ ਆ 11 years old ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਤੇ ਇਹ ਫੈਸਲਾ ਕਰਕੇ ਸਤਿਗੁਰਾਂ ਨੇ ਕਿਹਾ ਕਿ ਆਪਾਂ ਚਮਕੌਰ ਚੱਲੀਏ, ਕਿਉਂਕਿ ਸਤਿਗੁਰਾਂ ਨੇ ਇਹ ਗੜੀ ਦੇਖੀ ਹੋਈ ਸੀ ਕਿ ਇੱਕ ਵਾਰ ਜਦੋਂ ਸਤਿਗੁਰੂ ਜੀ ਇਹ ਰਸਤੇ ਦੀ ਲੰਘੇ ਸਨ, ਕਹਿੰਦੇ ਉੱਥੇ ਇੱਕ ਗੜੀ ਹੈਗੀ, ਆਪਾਂ ਉੱਥੇ ਜਾਂਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਨੇ ਤਿਆਰੇ ਕਰਕੇ ਚਮਕੌਰ ਵੱਲ ਤੁਰ ਪਏ। ਹੁਣ ਇਹ 7ਵਾਂ ਦਿਨ ਚੜ ਗਿਆ ਹੈ, 7 ਪੋਹ। ਨਾ ਦੂਸਰੇ ਪਾਸੇ ਦੇਖੀਏ 6 ਪੋਹ ਦੀ ਰਾਤ ਨੂੰ ਮਾਤਾ ਗੁਜਰ ਕੌਰ ਜੀ ਕੁੰਮੇ ਦੇ ਘਰ ਪਹੁੰਚਦੀ ਹੈ। ਹੁਣ ਕੁੰਮਾ ਜਿਹੜਾ ਸੀਗਾ ਉਹ ਪਹਿਲਾਂ ਤਾਂ ਇੱਕ ਬ੍ਰਾਹਮਣ ਜਿਹੜਾ ਹੈ ਨੀਵੀਂ ਜਾਤੀ ਵਾਲਾ ਹਿੰਦੂ ਸੀਗਾ, ਜੋ ਕਿ ਕਹਿੰਦੇ ਉਹ ਜਿਹੜਾ ਹੈ ਉਹ ਮਸ਼ਕ ਜਿਹੜਾ ਹਨ ਉਹਦਾ ਨਾਂ ਕੁੰਮਾ ਮਸ਼ਕ ਸੀਗਾ। ਤੇ ਇਹਨੂੰ ਜਿਹੜਾ ਫੋਰਸਫੁਲੀ ਇਹਨੂੰ ਕਨਵਰਟ ਕੀਤਾ ਗਿਆ, ਇਹਦਾ ਨਾਂ ਰੱਖਤਾ ਕਰੀਮ ਬਖਸ਼। ਸੋ ਇਹ ਮੁਸਲਮਾਨ ਬਣਿਆ ਹੋਇਆ ਸੀਗਾ। ਤੇ ਇਸ ਕਰਕੇ ਜਿਹੜਾ ਹੈ ਜੋ ਮਾਤਾ ਜੀ ਇਹਦੇ ਘਰ ਵਿੱਚ ਪਹੁੰਚੇ, ਉਹਨੇ ਆ ਕੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ ਮਾਤਾ ਜੀ ਕਿਰਪਾ ਕਰੋ ਮੇਰੇ ਘਰ ਵਿੱਚ ਇੱਕ ਰਾਤ ਵਾਸਤੇ ਰਹਿ ਪਓ, ਭਲਕੇ ਮੈਂ ਤੁਹਾਨੂੰ ਛੱਡ ਆਵਾਂਗਾ ਜਿੱਥੇ ਜਾਣਾ ਹੈ। ਤਾਂ ਉਸ ਵੇਲੇ ਮਾਤਾ ਜੀ ਨੇ ਜਿਹੜਾ ਹੈ ਮਾਤਾ ਜੀ ਨੂੰ ਦੇਖਿਆ ਵੀ ਭੁੱਖਿਆਂ ਹੈ, ਉਹਨੇ ਇੱਕ ਬ੍ਰਾਹਮਣੀ ਦੀ ਘਰਵਾਲੀ ਸੱਦੀ, ਬ੍ਰਾਹਮਣ ਦੀ, ਜਿਹਦਾ ਨਾਂ ਸੀ ਮਾਈ ਲక్ష్ਮੀ। ਮਾਈ ਲక్ష్ਮੀ ਨੇ ਆ ਕੇ ਫਿਰ ਜਿਹੜਾ ਹਨ ਮਾਤਾ ਜੀ ਵਾਸਤੇ ਭੋਜਨ ਤਿਆਰ ਕੀਤਾ, ਖਾਣਾ ਤਿਆਰ ਕੀਤਾ, ਰਾਤ ਨੂੰ ਭੋਜਨ ਛਕਾਇਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਹੁਣ ਬਾਬਾ ਜ਼ੋਰਾਵਰ ਸਿੰਘ ਵਾਸ ਓਨਲੀ 8 years old, ਬਾਬਾ ਫਤਿਹ ਸਿੰਘ ਵਾਸ ਓਨਲੀ 6 years old। ਦੇਖੋ ਕਿੰਨੀ ਛੋਟੀ ਉਮਰ ਸੀ ਉਹਨਾਂ ਦੀ। ਤੇ ਮਾਤਾ ਜੀ ਦੇ ਨਾਲ ਠੰਡ ਦੇ ਵਿੱਚ ਤੁਰੇ ਫਿਰਦੇ ਨੇ ਓਪਨ ਐਰ ਦੇ ਵਿੱਚ, ਤੇ ਉੱਥੇ ਇੱਕ ਰਾਤ ਰਹੇ ਤੇ ਕੁੰਮੇ ਨੇ ਬਹੁਤ ਸੇਵਾ ਕੀਤੀ। ਤੇ ਦੂਸਰੇ ਦਿਨ ਉੱਥੇ ਜਿਹੜਾ ਹੈ ਇਹ ਗੰਗੂ ਪਹੁੰਚਦਾ ਹੈ।
ਹੁਣ ਗੰਗੂ ਦੀ ਕੀ ਹਿਸਟਰੀ ਹੈ, ਇਹ ਬ੍ਰਾਹਮਣ ਜਾਤੀ ਵਿੱਚੋਂ ਹੈ। 21 ਸਾਲ ਅਨੰਦਪੁਰ ਸਾਹਿਬ ਰਿਹਾ, 21 ਇਅਰਸ ਵਾਸਤੇ, ਤੇ ਇਹ ਮੰਗ ਕੇ ਗੁਰੂ ਗੋਬਿੰਦ ਸਿੰਘ ਤੋਂ ਖਾਂਦਾ ਰਿਹਾ। ਕਈ ਕਹਿੰਦੇ ਨੇ ਰਸੋਈਆ ਸੀਗਾ, ਪਰ ਇਤਿਹਾਸ ਦੇ ਵਿੱਚ ਇਹ ਗੱਲ ਸਿੱਧ ਨਹੀਂ ਹੁੰਦੀ। ਇਹ ਮੰਗ ਕੇ ਖਾਂਦਾ ਰਿਹਾ ਵੀ ਮੈਂ ਬ੍ਰਾਹਮਣ ਆ, ਸਤਿਗੁਰੂ ਜੀ ਮੈਨੂੰ ਭੇਟਾ ਦਿਓ। ਇਹ ਮੰਗ ਕੇ ਖਾਂਦਾ ਰਿਹਾ ਫॉर 21 ਇਅਰਸ। ਜਦੋਂ ਉਹ ਪਹੁੰਚਿਆ, ਉਹਨੇ ਮਾਤਾ ਜੀ ਨੂੰ ਪਛਾਣ ਲਿਆ, ਮਾਤਾ ਜੀ ਨੇ ਉਹਨੂੰ ਪਛਾਣ ਲਿਆ ਤੇ ਕਹਿੰਦਾ ਮਾਤਾ ਜੀ ਬਹੁਤ ਤੁਹਾਡੇ ਪਿੱਛੇ ਬਹੁਤ ਸਾਰੀ ਜਿਹੜੀ ਹੈ ਇਹ ਫੌਜ ਲੱਗੀ ਹੋਈ ਹੈ, ਤੁਹਾਨੂੰ ਲੱਭ ਰਹੀ ਹੈ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਆਪਣੇ ਪਿੰਡ ਖੇੜੀ ਲੈ ਕੇ ਜਾਣਾ ਹਾਂ। ਤੇ ਉਸ ਵੇਲੇ ਕਹਿੰਦਾ ਜਦ ਉੱਥੇ ਰਹੋ ਤੇ ਜਦੋਂ ਮਹਾਰਾਜ ਦਾ ਕੁਝ ਪਤਾ ਲੱਗੇ ਮੈਂ ਤੁਹਾਨੂੰ ਛੱਡ ਕੇ ਆਵਾਂਗਾ। ਤੇ ਮਾਤਾ ਜੀ ਇਹ ਭਰੋਸੇ ਨਾਲ ਉਹਨਾਂ ਨਾਲ ਤੁਰ ਪਏ। ਜਾਂਦਿਆਂ ਹੋਇਆਂ ਤੋਂ ਸਤਲੁਜ ਨੂੰ ਕੁੰਮੇ ਨੇ ਪਾਰ ਕੀਤਾ ਤੇ ਮਾਤਾ ਜੀ ਨੇ ਮਾਈ ਲక్ష్ਮੀ ਨੂੰ ਆਪਣੀਆਂ ਜਿਹੜੀਆਂ ਹਨ ਤਿੰਨ ਜਿਹੜੀਆਂ ਹਨ ਬੈਂਗਲਸ ਜਿਹੜੀਆਂ ਹਨ ਮਾਤਾ ਜੀ ਦੀਆਂ, ਉਹ ਮਾਤਾ ਜੀ ਨੇ ਦਿੱਤੀਆਂ ਤੇ ਜਿਹੜੀਆਂ 5 ਗੋਲਡ ਕੋਇਨਸ ਉਹਨੂੰ ਦਿੱਤੀਆਂ ਮਾਈ ਲక్ష్ਮੀ ਨੂੰ, ਤੇ 500 ਰੁਪਈਆ ਕੁੰਮੇ ਨੂੰ ਦਿੱਤਾ ਕਿ ਤੂੰ ਰੱਖ ਲਾ, ਤੇਰੀ ਗਰੀਬੀ ਦੂਰ ਹੋ ਜਾਏਗੀ। ਦੇਖੋ ਕਿੰਨੇ ਦੁੱਖ ਦੇ ਵਿੱਚ ਨੇ, ਪਰ ਫਿਰ ਵੀ ਦੂਜੇ ਦਾ ਸੁੱਖ ਸੋਚਦੇ ਨੇ। ਇਹਨੂੰ ਕਹਿੰਦੇ ਚੜ੍ਹਦੀ ਕਲਾ। You see, when we are going into pains, we are going through the challenging times, we can't think of anybody else than ourselves. ਪਰ ਦੇਖੋ ਅੱਜ ਮਾਤਾ ਫਿਰ ਵੀ ਉਹਦੀ ਗਰੀਬੀ ਨੂੰ ਦੂਰ ਕਰਦੇ ਨੇ, ਫਿਰ ਵੀ ਉਹਨਾਂ ਦਾ ਦੁੱਖ ਜਾਣਦੇ ਨੇ। ਇਹ ਆ ਚੜ੍ਹਦੀ ਕਲਾ ਦੀ ਨਿਸ਼ਾਨੀ। ਸੋ ਮਾਤਾ ਜੀ ਨੂੰ ਉਧਰ ਨੂੰ ਤੁਰ ਪੈਂਦੇ ਨੇ। ਇਹ 6 ਦੀ ਰਾਤ ਉੱਥੇ ਰਹਿ ਕੇ 7 ਨੂੰ ਨਿਕਲ ਕੇ ਖੇੜੀ ਨੂੰ ਜਾਂਦੇ ਨੇ। ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 7 ਦਾ ਦਿਨ ਜਿਹੜਾ ਸੀ ਟਰੈਵਲਿੰਗ ਕਰਦੇ ਹੋਏ ਉੱਥੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਨੂੰ ਪਹੁੰਚਦੇ ਨੇ। ਤੇ ਚਮਕੌਰ ਦੀ ਗੜੀ ਦੇ 2 ਮਾਲਕ ਸੀਗੇ। ਇੱਕ ਤਾਂ ਮਹਾਰਾਜ ਜਿਹੜਾ ਬੜਾ ਗਰੀਬ ਜਿਹਾ ਸੀਗਾ, ਉਹਨੇ ਸਤਿਗੁਰਾਂ ਦੇ ਆ ਕੇ ਚਰਨ ਪਕੜ ਲਏ, ਕਹਿੰਦੇ ਪਾਤਸ਼ਾਹ ਸਾਡੀ ਗੜੀ ਹੈਗੀ ਆ, ਤੁਸੀਂ ਇਹਦੇ ਵਿੱਚ ਆ ਕੇ ਆਪਣੇ ਚਰਨ ਪਾਓ। ਉਹਦਾ ਜਿਹੜਾ ਦੂਸਰਾ ਭਰਾ ਸੀਗਾ ਉਹ ਥੋੜਾ ਜਿਹਾ ਜਿਹੜਾ ਹੈ ਅਸ਼ਰਧਕ ਸੀਗਾ, ਉਹਨੂੰ ਸ਼ਰਧਾ ਨਹੀਂ ਸੀ। ਉਹਨੇ ਜਾ ਕੇ ਆਰਮੀ ਨੂੰ, ਪੁਲਿਸ ਨੂੰ, ਕੋਟਵਾਲ ਨੂੰ ਜਾ ਕੇ ਕੰਪਲੇਨ ਕੀਤੀ ਕਿ ਗੁਰੂ ਗੋਬਿੰਦ ਸਿੰਘ ਆ ਗਏ ਚਮਕੌਰ ਦੇ ਵਿੱਚ। ਉਹਨੇ ਖਬਰ ਦੇ ਦਿੱਤੀ। ਇਹ ਖਬਰ ਦੇ ਨਾਲ ਕੀ ਹੁੰਦਾ ਹੈ, ਹੁਣ 1.5 ਮਿਲੀਅਨ ਫੌਜ ਜਿਹੜੀ ਹੈ ਉਹ ਆਉਣ ਲੱਗ ਪਈ ਤੇ ਆ ਕਰਕੇ ਉਹਨੇ ਚਮਕੌਰ ਨੂੰ ਘੇਰਾ ਪਾ ਲਿਆ। ਹੁਣ 7th ਨਾਈਟ ਨੂੰ ਘੇਰਾ ਪੈਣਾ ਸ਼ੁਰੂ ਹੋ ਗਿਆ। ਹੁਣ ਦੇਖੋ ਜੀ ਇੱਥੇ ਕੀ ਹੁੰਦਾ ਹੈ, ਹੁਣ ਘੇਰਾ ਪੈਂਦਾ ਹੈ ਤੇ 1.5 ਮਿਲੀਅਨ ਆਰਮੀ ਦਾ ਪੈ ਰਿਹਾ ਹੈ। ਇਹ ਕੁਝ ਥੋੜਾ ਨਹੀਂਗਾ। ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਕਿੰਨੇ ਸਿੱਖ ਨੇ, ਸਿਰਫ 14। ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਹੈ, ਸਾਰੀ ਖਬਰ ਉਹਨਾਂ ਨੂੰ ਮਿਲ ਗਈ ਹੈ। ਉਹਨਾਂ ਨੇ ਆ ਕੇ ਇਹ ਜਿਹਾ ਘੇਰਾ ਪਾਇਆ ਤੇ ਰਾਤ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਬੈਠ ਕੇ ਮਹਾਰਾਜ ਨੇ ਰਹਿਰਾਸ ਦਾ ਪਾਠ ਕੀਤਾ। ਹੁਣ ਰਹਿਰਾਸ ਦਾ ਪਾਠ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਬੈਠੇ ਸਿੰਘਾਂ ਨੂੰ, ਦੇਖੋ ਹੁਣ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਕਹਿੰਦੇ ਅਬ ਤੋਂ ਉਪਾਏ ਸਾਮ ਦਾਮ ਭੇਦ ਬਣੇ ਨਿਹੋ, ਚੌਥੇ ਡੰਡ ਬਣੇ ਦਲ ਲੱਖੋ ਚੜ ਆਇਓ ਹੈ। ਕਹਿੰਦੇ ਕਿ ਦੇਖੋ ਪੋਲਿਟਿਕਸ ਦੇ ਵਿੱਚ 4 ਚੀਜ਼ਾਂ ਨੇ। ਹੁਣ ਜੇ ਜਿਹੜਾ ਕੋਈ ਪੋਲਿਟਿਕਸ ਪੜ੍ਹਦਾ ਹੈ ਨਾ, ਚਨਾਕਿਆ ਪੜ੍ਹਦਾ ਹੈ, ਉਹਨੂੰ ਪਤਾ ਲੱਗਦਾ ਕਿ 4 ਮੈਥਡਸ ਹੁੰਦੇ ਨੇ। ਪਹਿਲਾ ਹੁੰਦਾ ਹੈ ਸਮ, ਦਮ, ਭੇਦ ਤੇ ਚੌਥਾ ਹੁੰਦਾ ਡੰਡ। ਸੋ ਕੀ ਹੁੰਦਾ ਹੈ, ਸਮ ਜਿਹੜਾ ਹੁੰਦਾ ਹੈ ਕਿਸੇ ਨਾਲ ਮਿੱਤਰਤਾ, ਫਰੈਂਡਸ਼ਿਪ ਪਾ ਕੇ ਆਪਣਾ ਕੰਮ ਕਰਾ ਲਓ। ਜੇ ਇਹ ਹੁੰਦਾ ਤਾਂ ਠੀਕ ਹੈ। if this first step doesn't work, then the second one is buy him over, ਦਾਮ। ਫਿਰ ਤੀਜਾ ਹੁੰਦਾ ਹੈ ਭੇਦ। ਜੇ ਇਹ ਵੀ ਨਾ ਚੱਲੇ, ਯੂ ਕੈਨ ਬਾਈ ਅ ਪਰਸਨ, ਫਿਰ ਉਹਨਾਂ 'ਚ ਫੁੱਟ ਪਾ ਦਿਓ, ਉਹਨਾਂ ਨੂੰ ਆਪਸ ਵਿੱਚ ਲੜਾ ਦਿਓ। ਉਹਨਾਂ ਦੇ ਵਿੱਚ ਜਿਵੇਂ ਆਪਣੇ ਵਿੱਚ ਹੁੰਦਾ ਹੈ ਨਾ, ਕਿੰਨੇ ਆਪਣੇ ਪ੍ਰੋਬਲਮਸ ਨੇ ਆਪਣੇ ਸਿੱਖਾਂ ਦੇ ਵਿੱਚ, ਕੋਈ ਰਾਗਮਾਲਾ ਦਾ ਪ੍ਰੋਬਲਮ ਪਾਈ ਬੈਠਾ, ਕੋਈ ਇਹ ਪ੍ਰੋਬਲਮ ਪਾਈ ਬੈਠਾ, ਕੋਈ ਉਹ, ਇਹਨਾਂ 'ਚ ਭੇਦ ਪਾ ਦਿਓ, ਆਪੇ ਲੜੀ ਜਾਣਗੇ। ਸੋ ਇਹ ਤੀਜਾ ਹੋਇਆ। ਚੌਥਾ ਕੀ ਆ, ਦੰਡ। ਦੰਡ ਹੁੰਦਾ ਹੈ ਪਨਿਸ਼ਮੈਂਟ, ਫਿਰ ਲੜਾਈ ਹੈ ਆਮੋ ਸਾਹਮਣੇ ਵੀ। ਜੇ ਨਹੀਂ ਕੋਈ ਗੱਲ ਬਣਦੀ ਤਾਂ ਦੰਡ ਹੈ। ਗੁਰੂ ਗੋਬਿੰਦ ਸਿੰਘ ਨੇ ਫੈਸਲਾ ਕੀਤਾ ਹੁਣ ਦੰਡ ਤੇ ਆ ਗਏ, ਹੁਣ ਤਲਵਾਰ ਚੁੱਕਣੀ ਪੈਣੀ ਹੈ, ਹੁਣ ਜੰਗ ਕਰਨਾ ਪਵੇਗਾ। ਸਤਿਗੁਰਾਂ ਨੇ ਕਿਹਾ ਗਿੱਦੜ ਕੀ ਮੌਤ ਨਹਿਓ ਮਰੋ ਰਿਪ ਹੱਥਨ ਤੇ। ਮਹਾਰਾਜ ਕਹਿੰਦੇ ਗੁਰਸਿੱਖੋ, ਮੈਂ ਗਿੱਦੜਾਂ ਦੀ ਮੌਤ ਨਹੀਂ ਮਰਨਾ, ਮੈਂ ਮਰਨਾ ਇੱਕ ਬਹਾਦਰ, ਇੱਕ ਵਾਰੀਅਰ ਦੀ ਤਰ੍ਹਾਂ ਮਰਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਰੋ ਯੁੱਧ ਗਾਡੋ ਜਿਮ ਪੂਰਬ ਮਚਿਓ ਹੈ। ਕਹਿੰਦੇ ਹੁਣ ਆਪਾਂ ਯੁੱਧ ਕਰਨਾ ਹੈ ਤੇ ਯੁੱਧ ਵਿੱਚ ਜਿਹੜਾ ਆਪਾਂ ਜਿੱਤਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਨਾਲ ਜਿਹੜਾ ਹੈ ਨਾ, ਇਹਦੀ ਅਗਲਾ ਜਿਹੜਾ ਪੌੜੀ ਹੈ ਨਾ ਬਹੁਤ ਸੋਹਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇਤੇ ਉਸਾਰਥ ਕਰੋਗੇ ਅਬ ਮਰਨ ਕੋ। ਕਹਿਣਗੇ ਦੇਖੋ ਨਾ, ਹੁਣ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਨਾ ਵੀ ਤੁਸੀਂ ਸ਼ਹੀਦੀ ਪਾਉਣੀ ਹੈ। ਦੇਖੋ ਮਹਾਰਾਜ ਕਹਿੰਦੇ ਨਾ ਵੀ ਜਦੋਂ ਜੰਗ ਵਿੱਚ ਜਾਣਾ ਹੈ ਨਾ, ਕਿਤੇ ਇਹ ਨਹੀਂ ਸੋਚਣਾ ਕਿ ਮੈਂ ਘਰ ਨੂੰ ਮੁੜ ਕੇ ਜਾਣਾ। ਨੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਗੱਲ ਤਾਂ ਇਹ ਹੈ, ਆਪਣੀ ਮਿਸ਼ਨ ਨੂੰ ਪੂਰਾ ਕਰਨਾ ਹੈ,
अपनी बॉडी बारे नहीं सोचना कि मैं जिंदा रहांगा कि मैं मरांगा। कहते जिन्ने भी तुसी पुरुषार्थ करो, जिन्नी भी तुसी कोशिश करोगे हुण मरण वास्ते, सतगुरु जी कहते जहाँ ते तो राज भोगोगे जन्म निज धार कै उन्ने थानू राज मिलणगे। कहते उन्ने तुसी होर जन्म धारोगे उन्ने थानू राज मिलणगे, थानू मैं किंगडम बख्शांगा, थानू राजे बनावांगा। ते महाराज अगे कहते कामना को पूर होए, कहणगे थोड़ियां कामनावां पूरियां हो जाणगियां, मिलोगो जरूर मोहे। कहते जे तुसी सैल्फलैस हो गए, थानू कुछ नहीं चाहिए तो तुसी मेरे नाल मिल जाओ, तुसी मेरे नाल एक रूप हो जाओगे। ते कहते राखो हजूर जोर बिद निर्वार कै, कहते खालसा जी मैं थानू रखांगा अपने सामने, थोड़ी रख्या मैं हर वेले करांगा। गुरु गोबिंद सिंह ने यह भी गारंटी दी। ते मार कहते युद्ध के समान तप जग को विधान न है, कहने लगे युद्ध वर्गा कोई तप कोई पैनांस दुनिया विच है नहीं। जे कोई कहता ना मैं भगती करनी है, कहते भगती युद्ध विच लड़ के उत्थे शहीद होने तो वध कोई भगती नहीं दुनिया दी, सब तो वड्डी भगती है। क्यों कहते एक घड़ी दे विच, एक घड़ी इज 24 मिनट्स, कहते एक घड़ी दे विच बीच दोनों लोक लै सुधार कै, क्योंकि जंग विच मरन दे नाल कहते दो लोग सुधर जाते हैं, लोक ते परलोक। एंड यू ओनली हैव टू फाइट फॉर शॉर्ट वाइल। जिहड़ा भगती करदा किन्ने 100 years करके बैठा रहे भगती करदा, वो भी पता नहीं सक्सैसफुल होवे जां ना होवे। महाराज कहते युद्ध विच तां एक घड़ी दे विच तुहानूं जिहड़ा हन दो लोकां दे सुख मिल जाणगे। सतगुरु सच्चे पातशाह जी ने जो ये बचन किए तां सिंह उस वेले तैयार हो गए। महाराज कहते आराम कर लो, भलके बहुत वड्डा दिन है। माता गुजर कौर जी हुण पहुंचते ने, हुण दूसरा पासा वी आर गोइंग बाय डेज, जस्ट रिमेंबर नाउ वी आर ऑन द 7th पो। 7 पो वाले दिन ते माता जी पहुंचते ने खेड़ी पिंड। हुण गंगू ने जदों समान लाया, उन्हें देख ली एक खुरजी होंदी, एक पॉट। दैट पॉट वॉज फुल ऑफ गोल्ड कॉइन्स। पता नहीं किहड़े सिख ने जदों महाराज माता जी पैकिंग की ना, उन्हें वो खुरजी माता जी के खच्चर विच रख दी, वो नाले आ गई। तो इन्हें जो कट के रखी, इहदी निगाह पै गई, कहता यह तो बड़ा सोना इत्थे पिया। उहदा दीन हराम हो गया, उहदा मन खराब हो गया। उन्हें की किया, रात वेले 2-3 बारी आया, माता जी सुते नहीं सी, पर जो चौथी बारी आया ना, माता जी ने अखां बंद कर लिया, चुप करके वो खुरजी चक के लै गया। दूसरे दिन माता जी सवेरे उठते हैं ना, पूछते हैं गंगू नू, गंगू वो खुरजी कित्थे, तू किते साम के रखी है? उन्हें तो उस वेले बिगड़ गया। माता जी नू कहन लगा, कहंदा तुसी मेरे ते ब्लेम लाउंदे हो, मैं तुहानू बचा के लिआया मौत दे मुंह तो, ते तुसी मैनू ये इनाम दिंदे हो। बड़ा कुछ बोलिया ते उन्हें बाहर जाके रौला पाता भी बागी गोबिंद सिंह दी मां मेरे घर विच है, बागी गोबिंद सिंह दे पुत्र मेरे घर विच ने। देखो 21 साल गुरु घर का नमक खाया ने, हराम कर दिता 21 साल। इत्थे तां ये कुछ हो रहा है। हुण देखो उधर गुरु गोबिंद सिंह महाराज जो जिहड़ा हन चमकौर दी गढ़ी दे विच ने, सतगुरु सच्चे पातशाह बारे ना अल्लाह यार खां बड़ा सोहना लिखदा है। वो लिखदा है ना, जब 1.5 घड़ी रात गई जिक्रे खुदा में, कहने लगे जिक्रे खुदा में गुरु गोबिंद सिंह महाराज हजे भी अपनी भक्ति विच बैठे सन। ते कहते खेमे से निकल आ गए, कहने लगे गुरु गोबिंद सिंह अपने खेमे अपने कमरे चों बाहर आए, सरकार हवा में खुले थां ते महाराज जी आ गए। कल्ले ही सीगे महाराज जी, घेरा पिया होया 1.5 मिलियन फौज का। सतगुरु सच्चे पातशाह कदमों से टहलते थे, कहने के महाराज हौली हौली तुर रहे सन, मगर दिल था दुआ में, कहने के दिल तो सतगुरां दा खुदा परमात्मा दी दुआ विच अरदास विच लग्या होया सी। ते कहंदे बोले ए खुदावंद, कहंदे हे खुदा, हे परमेश्वर, हों खुश तेरी रजा में, मैं खुश हाँ तेरी रजा में। देखो अपना किला चलिया गया, 700 जिहड़ा हन सिख शहीद हो गया, सतगुरु के प्यारे सिख शहीद हो गए, सतगुरु की माता विछड़ गई, सतगुरु के महल विछड़ गए। सतगुरु गोबिंद सिंह महाराज कहते हो खुश तेरी रजा में, कहते करतार से कहते थे गोया रूबरू होकर, कहते सामने खड़ के खुदा परमेश्वर को कहते गुरु गोबिंद सिंह कल जाऊंगा चमकौर से मैं सुरखरू होकर, पालके मैं सब कुछ वार के सरबंस नूं वार के मैं इत्थे खुश होके घर नूं जावांगा, मैं इत्थों निकलूंगा चमकौर तो। देखो जस्ट इमेजिन यू नो व्हाट्स गुड हैपन टुमारो, तुहानूं पता की होना है, क्योंकि गुरु गोबिंद सिंह तो कुछ लुकिया होया नहीं, उन्होंने पता है भलके की होना की नहीं होना।
yet the acceptance level ਐਨ ਨਾਲ ਉਹਦੇ ਨਾਲ ਦੇਖੋ ਖੁਸ਼ੀ ਵੀ ਪ੍ਰਗਟ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਦੇਖੋ ਨਾ, ਇਹ ਜਿਹੜੇ ਜਦੋਂ ਇਹ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦਾ ਮੈਂ ਤੇਰਾ ਹੂੰ, ਬੱਚੇ ਵੀ ਮੇਰੇ, ਤੇਰੇ ਹੈ ਮੋਲਾ, ਕਹਿੰਦੇ ਥੋ ਤੇਰੇ ਹੀ ਹੈ तेरे, रखेगा तेरे दात। तू दाता है परमेश्वर, जिस हाल में रख तू वही हाल है अच्छा। ते कहते जुज शुक्र से आने का, जुबान पर नहीं शिकवा, मेरी कोई कंप्लेन नहीं मेरी जुबान दे उत्ते, हे मेरे परमात्मा। कहते लेटे हुए हैं खालसा जी अज जिमी पर, कहते अज गुरु गोबिंद सिंह देव दा गढ़ी दे विच ना 40 सिख ते 2 साहिबजादे ना ऐ लम्मे पए आ सारे जिहड़ा थल्ले, उन्हां नूं कोई कपड़ा भी नहीं हैगा विछाउण वास्ते, खाण वास्ते खाना नहीं उन्हां वास्ते, ठंड है विंटर है, कपड़ा उत्ते चादर लैण वास्ते कोई नहीं हैगा, भुंजे सुते पए ने। गुरु गोबिंद सिंह कहंदे जिस तरह से चैन आए हमें शाहे नसीब पर, एक मंजा सी उन्होंने गुरु गोबिंद सिंह नूं दे दिता, गुरु गोबिंद सिंह ने वो मंजे ते पए नहीं, कहंदे मेरा खालसा भुंजे पिया है, हुण मैं किवें मंजे ते सौ सकदा। गुरु गोबिंद सिंह ने की किया, देखो अल्लाह यार का अगे भी बहुत सोहना लिखता, अपने को समा नहीं। कहते गुरु गोबिंद सिंह महाराज एक एक सिख को जाता, बेचारे सुते पे ने, अज गाट गुरु गोबिंद सिंह कर रहा सारी रात। महाराज सिखां दियां जिहड़ियां हन दस्तारां वो खुलियां पईयां ने, कइयां दे केस खुल के धरती नूं लगदे ने, गुरु गोबिंद सिंह महाराज उन्हां दे केसां दा जूड़ा करदे ने, उन्हां दा कंघा विच रख के महाराज जी अपने पट ते उन्हां दा सिर रख के उन्हां दी दस्तारां सजाउंदे ने। हर एक सिख कोल महाराज जी सारी रात एक एक करके जांदे। देखो इन्ना प्यारा, ते सतगुरु महाराज दे अखां विचों अथरू आ गए, कहंदे सिंघो अज अखीरले दर्शन, भलके तुसीं इह दुनिया ते नहीं रहना, तुसीं शहीदियां पा जाणियां ने, पर कहंदे हे सिंघो, कहंदे किदों मैनूं दर्शन दिओगे फिर आके। देखो कितना प्यार गुरु गोबिंद सिंह अपने खालसे नाल करदा। फिर देखो यही गल नूं हुण देखो 1 लाख फौज आ गई। गुरु गोबिंद सिंह महाराज ने जफरनामे विच लिखिया, देखो देयर आर सम पीपल who says there was not 1 million, it was 100,000। देखो जफरनामा गुरु गोबिंद सिंह ने पर्शियन लैंग्वेज च आप लिखिया, पातशाह जी दे बचन ने गुर रसन है, गुर रसने हुंदे भुखे, कहंदे चीकारे कुनंद चहल नर, कहंदे मेरे कोल भुखे भाणे। ये सिख जिहड़े बेचारे सी मेरे नाल तुर के आए, इन्हां दी गिनती किन्नी सी? चहल 40 सीगे। गुरु गोबिंद सिंह ने आप लिखिया जफरनामे 40 सीगे के 10 लाख, कहणगे हे अरंग साहब तू 10 लाख, तू 10 लाख फौज नूं भेजिया, 1 लाख इज 100,000, 10 लाख मीनस 1 मिलियन। कहंदे 10 लाख बरियाद बरो बेखबर, कहणगे तू इन्हां ते चढ़ के आ गया, अपनी 1 मिलियन फौज तू होर भेज दित्ती बेखबर, सानू दस्सिया भी नहीं, सानू तैयारी करन नूं समा भी कोई ना दित्ता। सो महाराज ने आप इस जफरनामे च लिखिया सतगुरु सच्चे पातशाह जी ने। ते देखो हुण समा ओ आउंदा है, सवेर चढ़दी है, खेरी दे विच रौला पै गया। ਉਹ ਜਿਹੜਾ ਬਾਬਨ ਗੰਗੂ ਸੀਗਾ ਉਹਨੇ ਸਤਿਗੁਰਾਂ ਦੀ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਜਾ ਕੇ ਕੋਟਵਾਲ ਨੂੰ ਦੱਸ ਦਿੱਤਾ, ਕੰਪਲੇਨ ਕਰ ਦਿੱਤੀ। ਜਾਨੀ ਖਾਂ ਮਾਨੀ ਖਾਂ ਆ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਹੱਥ ਬੰਨ੍ਹ ਦਿੱਤੇ, ਬੇੜੀਆਂ ਨਾਲ ਹੱਥ ਬੰਨ੍ਹ ਦਿੱਤੇ ਤੇ ਕਹਿੰਦੇ ਲੱਤਾਂ ਬੰਨ੍ਹ ਦਿੱਤੀਆਂ। ਦੇਖੋ ਬੱਚੇ ਨੇ 8 ਸਾਲ ਤੇ 6 ਸਾਲ ਦੇ, ਬੁੱਢੀ ਮਾਤਾ ਹੈ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਉਮਰ 70 ਓਵਰ ਈਅਰਸ 올ਡ ਸਨ, ਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਗੱਡੇ ਤੇ ਚੜਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ। ਤੇ ਉਹ ਕੋਟਵਾਲ ਕਹਿੰਦਾ ਹੈ ਕਿ ਇਹਨਾਂ ਨੂੰ ਜਿਹੜਾ ਹਨ ਸਰਹੰਦ ਪਹੁੰਚਾਉਣਾ ਹੈ, ਇਹਨਾਂ ਨੂੰ ਸਰਹੰਦ ਲੈ ਕੇ ਜਾਣਾ, ਕਿਉਂਕਿ ਵਜ਼ੀਰ ਖਾਨ ਨੇ ਕਹਿ ਦਿੱਤਾ ਇਹਨਾਂ ਨੂੰ ਸਰਹੰਦ ਭੇਜੋ। ਉਸੇ ਰਾਤ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਦੋ ਭਰਾ ਸਨ, ਇਹਨਾਂ ਦਾ ਪਿੰਡ ਮੁਰਿੰਡਾ ਆ ਗਿਆ। ਹੁਣ ਮੁਰਿੰਡਾ ਪਿੰਡ ਜਿਹੜਾ ਹੈ ਉਹ ਬਹੁਤਾ ਦੂਰ ਨਹੀਂ ਗਾ, ਜੇ ਤੁਸੀਂ ਫਤਿਹਗੜ੍ਹ ਸਾਹਿਬ ਜਾਓ, ਇਹ ਏਰੀਆ 'ਚ ਜਾਓ, ਇਹ ਪਿੰਡ ਬਹੁਤਾ ਦੂਰ ਨਹੀਂ, ਮੁਰਿੰਡਾ ਪਿੰਡ ਹੈ। ਉਹ ਜੇਲ੍ਹ ਅਜੇ ਤੱਕ ਵੀ ਹੈਗੀ ਹੈ ਜਿੱਥੇ ਮਾਤਾ ਜੀ ਨੇ ਇੱਕ ਰਾਤ ਕੱਟੀ, ਜਿਹੜੀ ਕਿ 7 ਦੀ ਪੋਹ ਤੇ 8 ਦੀ ਪੋਹ ਵਾਲਾ ਦਿਨ ਸੀਗਾ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰੀ ਕੀਤੀ ਤੇ ਦੇਖੋ ਹੁਣ ਮਹਾਰਾਜ ਜੀ ਕੋਲ ਕਿੰਨੇ ਕੁ ਸਿੱਖ ਨੇ? 40 ਸਿੱਖ ਨੇ, 2 ਸਾਹਿਬਜ਼ਾਦੇ ਤੇ ਆਪ ਨੇ 43 ਖੜੇ ਨੇ ਅਗੇਂਸਟ 1.5 ਓਵਰ ਮਿਲੀਅਨ ਫੌਜ। ਕੋਈ ਲੌਜਿਕ? ਮਹਾਰਾਜ ਨੇ ਦੇਖੋ ਵਾਰਫੇਅਰ ਦੀ ਤਿਆਰੀ ਕੀਤੀ। 8 ਸਿੰਘਾਂ ਨੂੰ ਜਿਹੜਾ ਹਨ 8 ਜਿਹੜੀਆਂ ਬਾਰੀਆਂ ਸਨ ਉਸ ਕਿਲੇ ਦੀਆਂ, 8 ਬਾਰੀਆਂ ਤੇ ਇੱਕ ਇੱਕ ਸਿੰਘ ਨੂੰ ਖੜਾਇਆ। 32 ਸਿੰਘਾਂ ਨੂੰ ਹੋਰ ਵੀ ਜ਼ਿਆਦਾ ਜਿਹੜਾ ਅੱਡ ਅੱਡ ਡਿਊਟੀਆਂ ਦਿੱਤੀਆਂ। ਕੋਠਾ ਸਿੰਘ ਮਦਨ ਸਿੰਘ ਨੂੰ ਕਿਹਾ ਕਿ ਤੁਸੀਂ ਜਿਹੜਾ ਹਨ ਨਗਾਰਾ ਵਜਾਉਣਾ ਹੈ, ਕਿਉਂਕਿ ਨਗਾਰਾ ਜਿੱਤ ਦੀ ਨਿਸ਼ਾਨੀ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ ਨਾ।
महाराज कहते जित करनी है। फिर सतगुरु सच्चे पातशाह आप गुरु गोबिंद सिंह जी, भाई दया सिंह जी, भाई संत सिंह जी, बाबा अजीत सिंह ते बाबा जुझार सिंह सब तो उत्ते बैठे। जिहड़ा कोठा हुंदा है ना, ओपन जिहड़ा ओपन रूफ वाला काम हुंदा है, जिहड़ा बैल्कनी भी कह लीए जां एटिक कह लीए, सो ओपन एटिक जिहड़ी है सतगुरु जी उत्थे बह गए। तो उत्थे जिहड़ा हन फिर आलम सिंह ते मान सिंह, हुण देखो आलम सिंह कौन सीगा? महाराज दा चोर बरदार, महाराज ते चौर करिया करदा सीगा। मान सिंह जिहड़ा सी उन्हां दे नाल महाराज जिहड़ा ड्यूटी लाई कि सारे नूं जाके पुछना उन्हां कोल सप्लाई हैगे कि नहीं। हुण देखो 1.5 बिलियन फौज है, किन्ने क सप्लाई तुहाडे काम आउणगे? गोलियां मुक गईयां, तीर मुक गए, कोई भी कुछ बाकी ना रहा। सो हुण सिंघां ने आके क्या पातशाह जी आग्ञा दो, 1 to 1 फाइट होनी है, 1 to 1 मिलियन फाइट होनी है। हुण पहला जत्था जिहड़ा है सतगुरु थापड़ा दे के करदा है, दूजा जत्था जांदा है, तीजा जांदा है, पर जिहड़ा भी जांदा है मुड़ के नहीं आउंदा। पर एक गल हैरान करन वाली है, ये जत्थियां विच भाई हिम्मत सिंह प्यारे, भाई हिम्मत सिंह जांदे ने कल्ले, 1.25 लाख से एक लड़ाऊं तबै गोबिंद सिंह नाम अखाऊं, उन्होंने कर दिखाया। कलियां ने जाके जंग किया। दूसरे उन्होंने दी शहीदी तो बाबा प्यारे भाई साहिब सिंह जी जांदे ने, तीजे प्यारे भाई मोखम सिंह जांदे ने, ये भी सारे शहीद हो जाते हैं, कोई भी वापस नहीं आता। जदों पंजवां जत्था शहीद हो जाता है ना, उस वेले गुरु गोबिंद सिंह सच्चे पातशाह ने अपने 2 साहिबजादियां नूं सद्दिया। इन्हां दे बारे गुरु बिलास पातशाही 10वीं दे विच कोयर सिंह लिखदा है ना। गुरु बिलास पातशाही 10वीं की हिस्टरी जी बहुत सिंपल, आप जिन्होंने जरा छोटे समय से दसते हैं कि कितना ऑथेंटिक हिस्टरी है ये, क्योंकि जदों भाई मनी सिंह ते जदों भाई मनी सिंह गुरु गोबिंद सिंह महाराज समय तो बाद 1730 के बाद तो उन्होंने जेल में बंद किया होया सीगा, क्योंकि उन्होंने बंद कट्टना सी ना भाई मनी सिंह जी का। सो उन्होंने नाल सिंह जिहड़े हन काफ़ी इकट्ठे होए जेल में बंद सन। तो सिंघां ने बेनती की भाई मनी सिंह नूं कि तुसीं गुरु गोबिंद सिंह जी दे नाल रहे हो, गुरु गोबिंद सिंह जी सानूं हिस्टरी दसो। भाई मनी सिंह ने जिहड़ी हिस्टरी दसी, वो वार्डन बाहर बैठा सीगा, कोयर सिंह उहदा नाम सी। कोयर सिंह बाहर बैठा सी, और सुनदा सी, और लिखी जांदा सीगा। भाई मनी सिंह ने यह सारी हिस्टरी गुरु गोबिंद सिंह महाराज की जेल विच दसी सिखां। उस तो बाद भाई मनी सिंह शहीद हो जाते हैं। एक कोयर सिंह ने फिर ये जिहड़ा हन ग्रंथ नूं तैयार किया, ते हुण फिर वो बाद विच पबलिश हुंदा है। देखो कितना डायरैक्ट इंफॉर्मेशन है जो गुरु गोबिंद सिंह नाल रहा, वो दस रहा है। ते ओ गुरु बिलास दे विच आउंदा है। गुरु गोबिंद सिंह जी ने गल कही, कहंदे दोहरा अजीत सिंह जुझार सिंह तां गुर लियो बुलाए। कहने लगे गुरु गोबिंद सिंह ने बुला ले, बाबा अजीत सिंह ते बाबा जुझार सिंह नूं बुलाया। बैस कुमारो जाहे की कहियो ऐस समझाए, कोल बिठा के प्यार नाल अपने साहिबजादियां नूं गुरु गोबिंद सिंह ने की कहा, कहंदे चौपाई हे सुत तुम हमको है प्यारे। कहने लगे तुसीं मैनूं बहुत प्यारे। गुरु गोबिंद सिंह ने गल कही, कहंदे तुसीं मैनूं बहुत प्यारे हो। तुर्क नाश हित तुम तन तारे। कहने लगे पुत्र तुहानूं पता थोड़ा जन्म क्यों होया? ये तुर्कां दा नाश करन वास्ते, ये जिहड़ा हन जुल्म दा नाश करन वास्ते। जे अपने सिर रन मैं लग गए, कहने लगे जे तुसीं अपना सिर दिओगे ना रन विच जाके, इफ यू सैक्रीफाइस योरसैल्फ, कहंदे तां कर नाश मलेश सो भागे। कहने लगे फिर ही मलेशां दा नाश होएगा, ये हारनगे ते इन्हां नूं भजना पवेगा। ते कहंदे तां ते या समा ना कोई। कहने लगे इहदे वास्ते कोई नियत समा नहीं हुंदा। गुरु गोबिंद सिंह तुम दोनों संगर पल जोई। कहने लगे तुसीं दोवें जाके लड़ के शहीदियां पाओ। कोई अपने पुत्रां नूं गल कहेगा कोई भाई मेरा पुत्र तू जा लड़ के शहीदी पा, मुल्क नूं तेरी लोड़ है। ते गुरु गोबिंद सिंह सच्चे पातशाह की यह गल सुन के ना बाबा अजीत सिंह 16 साल की उम्र है, खड़े हो गए, कहते पातशाह जी 2 थापड़ा फिर, कहते चलते हैं। ते बाबा अजीत सिंह नूं कहन लगे गुरु गोबिंद सिंह जितूंगा किवें, फौज बहुत वड्डी है। बाबा अजीत सिंह ने बहुत उच्ची आवाज दे नाल गल कही, नाम का अजीत हूं। कहणगे हे पातशाह तुसीं मेरा नाम भंगानी दा युद्ध जित के मेरा नाम अजीत रखिया सीगा। कहंदे नाम का अजीत हूं, जीता ना जाऊंगा। मैं किसी तो जितया नहीं जाएगा, क्योंकि नाम रखने वाले तुसीं हो। तुसीं मेरा नाम अजीत रखिया ते मैनूं कौन जित लेगा? कहंदा जीता भी गया। चल कहंदे जिवें जीता भी गया, जे मैनू किसी ने कौंकर भी कर लिया, मैनू जित भी लिया, तो जीता नहीं आऊंगा, तो फिर मैं जिंदा नहीं वापस आऊंगा, मैं शहीदी पाऊंगा। कितना सोहना इन्हें लिखिया। तो उस वेले गुरु गोबिंद सिंह महाराज ने थापड़ा दिता। हुण 16 साल का बाबा अजीत सिंह, ये नाम भाई आलम सिंह, भाई जवाहर सिंह, भाई ध्यान सिंह, भाई सुखा सिंह ते भाई वीर सिंह,
ਇਹ 5 ਸਿੰਘ ਨਾਲ ਗਏ ਬਾਬਾ ਅਜੀਤ ਸਿੰਘ ਦੇ। ਹੁਣ ਉਹ ਲੜਾਈ ਦੇਖਣ ਵਾਲੀ ਹੈ। ਬਾਬਾ ਅਜੀਤ ਸਿੰਘ ਜਾਂਦੇ ਨੇ, 5 ਸਿੰਘ ਸ਼ਹੀਦ ਹੋ ਜਾਂਦੇ ਨੇ, ਬਾਬਾ ਅਜੀਤ ਸਿੰਘ ਇਕੱਲੇ ਰਹਿ ਜਾਂਦੇ ਨੇ। ਉਹ ਆਪਣੀਆਂ ਤੀਰਾਂ ਨੂੰ ਮਾਰਦੇ ਮਾਰਦੇ ਆਪਣਾ ਭੱਥਾ ਖਾਲੀ ਹੋ ਗਿਆ। ਬਾਬਾ ਅਜੀਤ ਸਿੰਘ ਕੋਲ ਬਰਛਾ ਸੀਗਾ, ਉਹ ਬਰਛਾ ਜਾ ਕੇ ਧਸਕਾ ਦਿੱਤਾ, ਉਹ ਬਰਛਾ ਵੀ ਟੁੱਟ ਗਿਆ ਕਿਉਂਕਿ ਅੰਬ ਵਿੱਚ ਜਾ ਫਸਿਆ, ਉਹ ਟੁੱਟ ਗਿਆ, ਉਹਦਾ ਡੰਡਾ ਉਹ ਵੀ ਗਿਆ। ਬਾਬਾ ਅਜੀਤ ਸਿੰਘ ਦੇ ਹੱਥ ਵਿੱਚ ਕੇਵਲ ਇੱਕ ਤਲਵਾਰ ਹੈ ਤੇ ਇੱਥੇ ਇੱਕ ਕਟਾਰ ਰੱਖੀ ਹੋਈ ਹੈ। ਹੁਣ ਆਪਣੀ ਤਲਵਾਰ ਦੇ ਨਾਲ ਲੜ ਰਹੇ ਨੇ। 1.5 ਮਿਲੀਅਨ ਆ, ਤੁਸੀਂ ਇਮੇਜਿਨ ਕਰਕੇ ਦੇਖੋ ਕਿੱਡਾ ਵੱਡਾ ਘਸਮਾਨ ਦਾ ਯੁੱਧ ਹੈ। ਕਹਿੰਦੇ ਮਾਰਦੇ 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 ਕਹਿੰਦੇ ਕਿੰਨੀਆਂ ਹੀ ਤੀਰਾਂ ਵੱਜਦੀਆਂ ਨੇ ਬਾਬਾ ਅਜੀਤ ਸਿੰਘ ਦੇ। ਦੇਖੋ ਜਿਨ੍ਹਾਂ ਨੇ ਜਿਹੜਾ ਹਨ ਹਿਸਟਰੀ ਲਿਖੀ ਹੈ, ਉਹ ਕਹਿੰਦੇ 320 ਐਰੋਸ ਐਂਡ ਬੁਲਟ ਸੀਗੇ ਬਾਬਾ ਅਜੀਤ ਸਿੰਘ ਦੇ ਸਰੀਰ ਤੇ। ਟੋਟਲ ਵੂਨਸ ਜਿਹੜੇ ਉਹਨਾਂ ਦੇ ਸਰੀਰ ਤੇ 320 ਵੂਨਸ ਸੀਗੇ। ਬਾਬਾ ਅਜੀਤ ਸਿੰਘ ਲੜਦੇ ਲੜਦੇ ਅਨਵਰ ਖਾਨ ਨੂੰ ਦੇਖਿਆ ਦੂਰੋਂ, ਇੱਕ ਸੂਬਾ ਸੀਗਾ, ਜਾ ਕੇ ਉਹਨੂੰ ਮਾਰਿਆ, ਉਹਨੂੰ ਡੇਗਿਆ ਉਹਦੇ ਪਾਲਕੀ ਤੋਂ। ਤਾਂ ਫਿਰ ਘੇਰੇ ਵਿੱਚ ਆ ਗਏ। ਸ਼ਹੀਦ ਹੁੰਦੇ ਹੁੰਦੇ ਇੱਕ ਸੈਯਦ ਜਲਾਲੁਦੀਨ ਹੈ, ਉੱਚ ਦੇ ਪੀਰ ਦਾ ਉਹਦਾ ਗ੍ਰੈਂਡਸਨ ਸੀਗਾ, ਉਹ ਸਾਹਮਣੇ ਆ ਗਿਆ ਬਾਬਾ ਅਜੀਤ ਸਿੰਘ ਦੇ, ਤੇ ਉਹਨੇ ਚੱਕ ਕੇ ਸਿੱਧੀ ਗੋਲੀ ਮਾਰੀ ਜੋ ਬਾਬਾ ਅਜੀਤ ਸਿੰਘ ਦੇ ਮੱਥੇ ਤੇ ਲੱਗੀ। ਤੇ ਬਾਬਾ ਅਜੀਤ ਸਿੰਘ ਦੇਖੋ ਗੋਲੀ ਵੱਜੀ ਤੋਂ ਉਹਨੇ ਆਪਣੀ ਤਲਵਾਰ ਚੱਕ ਉਹਦਾ ਸਿਰ ਲਾ ਦਿੱਤਾ। ਫਿਰ ਡਿੱਗਦੇ ਨੇ ਧਰਤੀ। ਪਰ ਦੇਖੋ ਪਰਮਾਤਮਾ ਦੀ ਨੀਅਤ ਕੈਸੀ ਹੈ। ਉਹ ਮੁਗਲ ਦੇਖਦੇ ਰਹੇ ਵੀ ਬਾਬਾ ਅਜੀਤ ਸਿੰਘ ਡਿੱਗਣਗੇ, ਇਹਨਾਂ ਨੂੰ ਚੱਕ ਕੇ ਇਹਨਾਂ ਦੀ ਸਰੀਰ ਨੂੰ ਜਿਹੜਾ ਅਸੀਂ ਡਿਸਹੋਨਰ ਕਰਾਂਗੇ। ਕੀ ਹੋਇਆ, ਮਹਾਰਾਜ ਨੇ ਐਸੀ ਨੀਅਤ ਵਰਤਾਈ, ਉਹ ਬੋਡੀ ਗੁਆਚ ਗਈ, ਬੋਡੀ ਨਾ ਲੱਭੀ ਕਿਸੇ ਨੂੰ, ਉਹ ਲੱਭਦੇ ਰਹੇ, ਪਤਾ ਨਾ ਲੱਗਿਆ। ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਐਡਾ ਵੱਡਾ ਯੁੱਧ ਹੋ ਰਿਹਾ, ਮਿੱਟੀ ਜਿਹੜੀ ਹੈ ਨਾ ਉਹ ਮਿੱਝ ਦੇ ਨਾਲ, ਲਹੂ ਦੇ ਨਾਲ ਕੀ ਹਾਲ ਹੋਇਆ ਹੋਊਗਾ। ਉੱਥੇ ਘੋੜੇ ਜਿਹੜੇ ਤਲਕ ਤਲਕ ਕੇ ਡਿੱਗਦੇ ਹੋਣਗੇ, ਐਡਾ ਜਿਹੜਾ ਹੈ ਉੱਥੇ ਘਸਮਾਨ ਦਾ ਯੁੱਧ ਹੈ। ਤਾਂ ਦੇਖੋ ਉਸ ਵੇਲੇ ਬਾਬਾ ਅਜੀਤ ਸਿੰਘ ਦੀ ਇਹ ਸ਼ਹੀਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦੇਖੀ। ਉੱਤੇ ਬੈਠ ਕੇ ਸਤਿਗੁਰੂ ਜੀ ਦੇਖ ਰਹੇ ਨੇ ਤੇ ਮਹਾਰਾਜ ਜੀ ਸ਼ੁਕਰਾਨਾ ਕਰ ਰਹੇ ਪਰਮਾਤਮਾ ਦਾ। ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਦੇਖੋ ਕਿੱਡਾ ਜਿਗਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਮਹਾਰਾਜ ਖੜੇ ਹੋ ਗਏ ਤਾਂ ਉਸ ਤੋਂ ਬਾਅਦ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਜੀ ਉਹ ਉੱਠ ਕੇ ਖੜੇ ਹੋ ਗਏ। ਕਹਿੰਦੇ ਦੇਖੋ ਇਹ ਵੀ ਅੱਲਾ ਯਾਰ ਖਾਂ ਬੜਾ ਸੋਹਣਾ ਲਿਖਦਾ ਹੈ। ਟਾਈਮ ਤਾਂ ਮੈਨੂੰ ਲੱਗਦਾ ਹੋ ਗਿਆ, ਪਰ ਫਿਰ ਵੀ ਇੰਨੀ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਤੱਕ ਕਰ ਲਈਏ ਆਪਾਂ। ਦੇਖੋ ਬਾਬਾ ਜੁਝਾਰ ਸਿੰਘ ਆ ਕੇ ਕਹਿੰਦੇ ਨੇ, ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਤਰ ਨੇ, ਕਹਿੰਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਆਪਣੀ ਅੱਖਾਂ ਦੇ ਸਾਹਮਣੇ ਦੇਖੀ। ਤੇ ਕਹਿੰਦੇ ਤੂਫਾਨ ਬਪਾ ਗਮ ਸੇ ਕੀਆ ਦੀਦ ਇਹ ਤਰਨ ਹੈ। ਕਹਿੰਦੇ ਜਿਹੜਾ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਹੌਸਲਾ ਹੋਰ ਵੀ ਜ਼ਿਆਦਾ ਆ ਗਿਆ, ਚੜ੍ਹਦੀ ਕਲਾ ਵਿੱਚ ਉੱਠ ਕੇ ਖੜੇ ਹੋ ਗਏ। ਕਹਿੰਦੇ ਹਾਂ ਪੁੱਤਰ ਸੋਹਣਾ ਕੀਤਾ। ਮਹਾਰਾਜ ਬਖਸ਼ਾਂ ਕਰਦੇ ਨੇ ਤੇ ਕਹਿੰਦੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਕਹਿੰਦੇ ਪਿਤਾ ਜੀ ਦੇ ਕੋਲ ਉਹਦਾ ਨੰਨਾ ਜਿਹਾ ਬੱਚਾ ਜਿਹੜਾ ਸੀ ਬਾਬਾ ਜੁਝਾਰ ਸਿੰਘ 11 ਸਾਲਾਂ ਦਾ, ਉਹ ਆ ਕੇ ਖੜਾ ਹੋ ਗਿਆ। ਤੇ ਕਹਿੰਦੇ ਰੁਖਸਤ ਹਮੇ ਦਿਲਾਵੋ ਪਿਤਾ ਜਾਏਂਗੇ ਮਰਨੇ। ਕਹਿੰਦੇ ਹੇ ਪਿਤਾ ਜੀ ਮੈਨੂੰ ਵੀ ਰੁਖਸਤ ਕਰ ਦੋ, ਮੈਨੂੰ ਵੀ ਵਿਦਾ ਕਰੋ। ਕਿਹਦੇ ਵਾਸਤੇ? ਪਿਤ ਜਾਏਂਗੇ ਮਰਨੇ, ਮੈਂ ਮਰਨ ਵਾਸਤੇ ਜਾਣਾ। ਇਹ ਨਹੀਂ ਕਿ ਮੈਂ ਲੜਨ ਵਾਸਤੇ ਜਾਣਾ ਹੈ, ਮੈਂ ਮਰਨ ਵਾਸਤੇ ਜਾਣਾ ਹੈ। ਤੇ ਕਹਿੰਦੇ ਭਾਈ ਸੇ ਵਿਛੜ ਕਰ ਹमें जीना नहीं आता। ਕਹਿੰਦੇ ਪਿਤਾ ਜੀ ਬਾਬਾ ਅਜੀਤ ਸਿੰਘ ਤੋਂ ਬਗੈਰ ਮੈਨੂੰ ਜਿਉਣਾ ਨਹੀਂ ਆਉਂਦਾ। ਮੇਰੇ ਪਿਆਰੇ ਸਿੰਘ ਜਿਹੜੇ ਸੀਗੇ, ਸਾਰੇ ਸਿੰਘ ਜਿਹੜੇ ਸ਼ਹੀਦ ਹੋ, ਉਹਨਾਂ ਤੋਂ ਬਗੈਰ ਮੈਂ ਤੋਂ ਜੀਣਾ ਮੈਨੂੰ ਚੰਗਾ ਨਹੀਂ ਲੱਗ ਰਿਹਾ। ਕਹਿੰਦੇ ਸੋਨਾ ਨਹੀਂ, ਖਾਣਾ ਨਹੀਂ, ਪੀਣਾ ਨਹੀਂ ਪਾਤਾ। ਕਹਿੰਦੇ ਮੈਂ ਜਿੰਦਾ ਰਹਿ ਕੇ ਕੀ ਕਰਨਾ ਹੈ, ਨਾ ਮੈਨੂੰ ਸੌਣਾ ਚੰਗਾ ਲੱਗਦਾ ਹੈ, ਨਾ ਮੈਨੂੰ ਹੁਣ ਉੱਠਣਾ ਖਾਣਾ ਪੀਣਾ ਮੈਨੂੰ ਕੁਝ ਵੀ ਨਹੀਂ ਚੰਗਾ ਲੱਗਦਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਬਖੜੀ ਵਿੱਚ ਲੈ ਕੇ ਬਾਬਾ ਜੁਝਾਰ ਸਿੰਘ ਨੂੰ 11 ਸਾਲਾਂ ਦੇ ਨੂੰ ਇੱਕ ਗੱਲ ਕਹਿੰਦੇ ਆ ਨਾ, ਕਹਿੰਦੇ ਬੇਟਾ ਕਿਤੇ ਜੰਗ ਨਹੀਂ ਤੂੰ ਕੀਤਾ, ਇਹ ਤਾਂ ਐਡਾ ਵੱਡਾ ਜੰਗ ਹੈ, ਤੂੰ ਕਿਵੇਂ ਕਰੇਗਾ। ਹੁਣ ਦੇਖੋ ਬਾਬਾ ਜੁਝਾਰ ਸਿੰਘ ਨੇ ਜਵਾਬ ਕੀ ਦਿੱਤਾ। ਦੇਖੋ ਕਿ ਚੜ੍ਹਦੀ ਕਲਾ ਹੈ ਨਾ। ਕਹਿੰਦੇ ਉਹਨਾਂ ਨੇ ਕੀ ਕਿਹਾ, ਲੜਨਾ ਨਹੀਂ ਆਤਾ ਮੁਝੇ, ਮਰਨਾ ਤੋ ਹੈ ਆਤਾ। ਕਹਿੰਦੇ ਪਿਤਾ ਜੀ ਮੈਨੂੰ ਲੜਨਾ ਨਹੀਂ ਆਉਂਦਾ, ਮੈਨੂੰ ਮਰਨਾ ਤਾਂ ਆਉਂਦਾ ਹੀ ਆ ਨਾ। ਕਹਿੰਦੇ ਲੜਨਾ ਨਹੀਂ ਆਤਾ ਮੁਝੇ, ਮਰਨ ਤੋਂ ਆਤਾ ਹੈ। ਖੁਦ ਬੜ ਕਰ ਗਲਾ ਤੇਗ ਪੈ, ਧਰਨਾ ਤੋਂ ਆਤਾ ਹੈ। ਕਹਿੰਦੇ ਜੇ ਤੇਗ ਨੰਗੀ ਹੋਵੇ ਮੈਨੂੰ ਆਪਣਾ ਸਿਰ ਤਾਂ ਉੱਥੇ ਲਾ ਕੇ ਆਉਣਾ ਹੀ ਆਉਂਦਾ ਹੈ ਨਾ। ਜੇ ਜਿਹੜਾ ਹਾਂ ਤਲਵਾਰ ਲੰਗੀ ਹੋਵੇ ਮੈਂ ਆਪਣੀ ਗਰਦਨ ਤਾਂ ਉੱਥੇ ਤੱਕ ਲਿਜਾ ਹੀ ਸਕਦਾ ਨਾ, ਵੀ ਮੈਨੂੰ ਵੜ ਦੋ। ਇੰਨਾ ਤਾਂ ਮੈਂ ਜਾਣਦਾ ਹਾਂ ਨਾ। ਦੇਖੋ ਕਿੰਨਾ ਸੋਹਣਾ ਲਿਖਿਆ ਹੈ ਅੱਲਾ ਯਾਰ ਖਾਂ ਨੇ। ਕਹਿੰਦੇ ਖੁਦਾ ਵੜ ਕਰ ਗਲਾ
तेग पै धरना तो आता है। तो उस वेले गुरु गोबिंद सिंह महाराज ने कहा, लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा। रब को ना विसारो तुम्हें अल्लाह को सौंपा, कहते सिक्खी को उबारो तुम्हें अल्लाह को सौंपा। देखो वाहिगुरु अब जंग की हिम्मत तुम्हें बख्शे, प्यारे प्यासे हो, कहते प्यासे हो बहुत, तुसी बहुत प्यासे हो, कहते जम ए शहादत तुम्हें बख्शे, जा तेनू खुदा शहीदी बख्शे, जा बेटा जाके जंग कर। एडी चढ़दी कला तुसी इमेजिन कर सकते हो, यह जा गुरु गोबिंद सिंह का जिगरा है। तो उस वेले गुरु महाराज ने जरा है, देखो की होया, गुरु गोबिंद सिंह जाते हुए बाबा जुझार सिंह कहते ने, ख्वाहिश है तुम्हें तेग चलाते हुए देखें, कहते पुत्र मेरी ख्वाहिश है मैं तुहानू तेग चलाउंदा देखना चाहता रणभूमि विच, कहते हम आग से बर्छी तुम्हें खाते हुए देखें, मैं अपने अखी देखना चाहता कि बर्छियां तेरे शरीर विच आके वजन, पर सामने वजन पिट ते ना वजन। मैं देखना चाहता बेटे तेनू किवें बर्छियां परोंदियां ने तेरे शरीर दे विच। बाबा जुझार सिंह बाहर निकलते ना घोड़े तो, ते उन्हां दे नाल भाई साहिब सिंह जी जांदे ने, भाई सुखा सिंह, भाई लखा सिंह ते भाई चौपा सिंह। हुण भाई चौपा सिंह दा रहतनामा आउंदा है ना, यही भाई चौपा सिंह है। हुण ये निकले जुझार सिंह दे नाल, ते कहंदे ऐसा जंग देखिया ना दुनिया ने, कहंदे किसी ने अगे नहीं देखा। इन्हां दी तलवार कहंदे ऐसे चमकदी है जिवें बिजली बदलां विच चमकदी है, जिथे भी जाती है सफाया करता जाता। बाबा जुझार सिंह कहते हैरान है, 11 साल की उम्र है, अजे मूँह ते मुछ दाड़ा नहीं आया, पर इन्हां दी तलवार चलदियां नूं देख के ना ਉਹ ਜਿਹੜੇ मुसलमान ਸੀਗੇ ਉਹ या अल्लाह ਕਰਨ ਲੱਗ ਪਏ। ਕਹਿੰਦੇ हे मौला ਇਹ मौत ਦਾ ਫਰਿਸ਼ਤਾ ਕਿੱਥੋਂ ਭੇਜ ਦਿੱਤਾ। ਉਹਨਾਂ ਤਾਂ मौत ਦਾ ਫਰਿਸ਼ਤਾ ਦਿਸ ਰਿਹਾ ਹੈ ਬਾਬਾ जुझार सिंह। ਕਹਿੰਦੇ ਐਸਾ ਜਿਹੜਾ ਹੈ ਜੰਗ ਕੀਤਾ, ਤੇ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਨਾ। ਕਹਿੰਦੇ ਬਾਬਾ जुझार सिंह ਜਿਹੜੇ ਹਨ ਜਦੋਂ ਸ਼ਹੀਦ ਹੁੰਦੇ ਆ ਨਾ, ਉਸ ਤੋਂ ਬਾਅਦ ਜਿਹੜਾ ਹਨ त्रिलोका ਤੇ ਫਿਰ ਉਸ ਤੋਂ ਪਹਿਲਾਂ ਜਿਹੜੀ ਹੈ ਬੀਬੀ ਸ਼ਰਨ ਕੌਰ ਜਾਂਦੇ ਨੇ ਇਹਨਾਂ ਦੀ ਸੰਸਕਾਰ ਕਰਨ ਵਾਸਤੇ ਨਾ। ਕਹਿੰਦੇ ਇਹਨਾਂ ਦੀ ਬੋਡੀ ਜਿਹੜੀ ਸੀ ਨਾ, ਸਰੀਰ ਬਾਬਾ जुझार सिंह जी ਦਾ ਇੱਕ ਸਥਾਨ ਹੈ, ਉੱਥੇ ਗੁਰਦੁਆਰਾ ਬਣਿਆ ਚੌਂਟਾ ਸਾਹਿਬ। ਹੁਣ ਚੌਂਟਾ ਸਾਹਿਬ ਜਿਹੜਾ ਹੈ ਉਹ ਸਰਹੰਦ ਤੋਂ 6 ਕਿਲੋਮੀਟਰ ਦੂਰ ਹੈ। ਬਾਬਾ जुझार सिंह ਜੰਗ ਕਰਦੇ ਹੋਏ 6 ਕਿਲੋਮੀਟਰ ਤੇ ਜਾ ਕੇ ਉਹਨਾਂ ਨੇ ਆਪਣਾ ਸਰੀਰ ਛੱਡਿਆ, ਉੱਥੇ ਜਾ ਕੇ ਡਿੱਗਦੇ। ਜਸਟ ਇਮੇਜਿਨ 6 ਕਿਲੋਮੀਟਰ ਵਿਦ 1.5 ਮਿਲੀਅਨ ਫੌਜ ਕਿਵੇਂ ਨਿਕਲ ਕੇ ਗਏ ਹੋਣਗੇ। ਚੌਂਟਾ ਸਾਹਿਬ ਜਾ ਕੇ ਉਹਨਾਂ ਦਾ ਸਰੀਰ ਮਿਲਿਆ। ਸੋ ਇਹ ਜਿਹੜੀ ਹੈ ਬਹੁਤ ਵੱਡੀ ਸ਼ਹੀਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਮਾਂ ਨੂੰ ਰਹਿਰਾਸ ਕੀਤੀ, ਅਰਦਾਸ ਕੀਤੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਕਬੀਰ मेरा मुझ में किछ नहीं, जो किछ है सो तेरा, तेरा तुझको सौंपते क्या लग गया मेरा। कहने मेरा की लगे। उस वेले गुरु गोबिंद सिंह महाराज जी अगे ना, देखो हुण तक 32 सिख शहीद हो गए, 2 साहिबजादे शहीद हो गए, ते जिहड़ा हन ख्वाजा मरदूद जिहड़ा एक जनरल सीगा ਉਹ ਭੱਜ ਗਿਆ ਜੀ ਵਾਰਫੇਅਰ ਤੋਂ, ਉਹ ਬੈਟਲਫੀਲਡ ਤੋਂ ਭੱਜ ਗਿਆ। ਦੇਖੋ 1 ਮਿਲੀਅਨ ਫੌਜ ਲੈ ਕੇ ਆਇਆ ਹੈ, ਉਹਦਾ ਜਨਰਲ ਭੱਜ ਗਿਆ ਛੱਡ ਕੇ ਸਾਰੀ ਰਣਭੂਮੀ ਨੂੰ। ਹਮਨੀ ਉਹ ਸਮਾਂ ਪੁੱਛਦੇ ਰਹੇ ਵੀ ਸੱਚਮੁੱਚ 40 ਜਾਣੇ ਦੇ ਵਿੱਚ ਕਿ ਹੋਰ ਵੀ ਹੈਗੇ ਨੇ। ਉਹਨਾਂ ਨੂੰ ਇੰਨੀ ਹੈਰਾਨਗੀ ਹੋ ਨਾ, ਜਸਟ ਇਮੇਜਿਨ ਨਾ ਇਹ ਨੰਬਰਸ ਕਿਤੇ ਆਪਾਂ ਸਾੜਾ ਗੜੀ ਦਾ ਤੁਸੀਂ ਬਹੁਤ ਸੁਣਦੇ ਹੋ, ਭਾਈ ਚਮਕੌਰ ਵਰਗੀ ਗੜੀ ਦਾ ਜੰਗ ਕਿਤੇ ਨਹੀਂ ਹੋਇਆ ਦੁਨੀਆ ਵਿੱਚ। 43 ਇੰਕਲੂਡਿੰਗ ਗੁਰੂ ਗੋਬਿੰਦ ਸਿੰਘ, 43 ਅਗੇਂਸਟ 1.5 ਮਿਲੀਅਨ। ਹਾਰੇ ਨਹੀਂ, ਸਾਰਾ ਦਿਨ ਦਾ ਜੰਗ ਮੁੱਕ ਗਿਆ। ਤੇ ਉਦੋਂ ਤੱਕ ਜਿਹੜਾ ਹੈ ਭੀਮ ਚੰਦ ਜਿਹੜਾ ਪਹਾੜੀ ਰਾਜਿਆਂ ਦਾ ਲੀਡਰ ਸੀਗਾ, ਉਹ ਜਿਹੜਾ ਹਨ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਿਆ। ਤਾਂ ਫਿਰ ਜ਼ਬਰਦਸਤ ਖਾਨ ਜਿਹੜਾ ਕਿ ਇਹ ਜ਼ਬਰਦਸਤ ਖਾਨ ਸੀਗਾ, ਇਹ ਵੀ ਜਿਹੜਾ ਹਨ ਜ਼ਖਮੀ ਹੋ ਗਿਆ। ਨਾਹਰ ਖਾਨ ਮਾਰਿਆ ਗਿਆ, ਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤਾ ਉਸ ਜੰਗ ਭੁੰਨੇ 'ਚ ਆਪਣਾ ਜਿਹੜਾ ਤੀਰ ਚਲਾ ਕੇ। ਤਾਂ ਉਸ ਵੇਲੇ ਜਿਹੜਾ ਕੀ ਹੁੰਦਾ ਹੈ ਨਾ, ਕਹਿੰਦੇ ਸਿੰਘ ਆ ਗਏ ਗੁਰੂ ਗੋਬਿੰਦ ਸਿੰਘ ਕੋਲ ਹੱਥ ਜੋੜ ਕੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ ਸਾਰੇ ਇਕੱਠੇ ਹੋ ਕੇ ਆ ਗਏ। ਕਹਿੰਦੇ ਸਤਿਗੁਰੂ ਜੀ ਕਿਲਾ ਛੱਡ ਕੇ ਚਲੇ ਜਾਓ। ਗੁਰੂ ਗੋਬਿੰਦ ਸਿੰਘ ਉੱਠ ਕੇ ਖੜੇ ਹੋ ਗਏ, ਕਹਿੰਦੇ ਸਿੰਘੋ ਤੁਸੀਂ ਸਾਡੇ ਪੁੱਤਰ ਹੋ, ਸਾਡੇ ਪੁੱਤਰਾਂ ਨਾਲੋਂ ਪਿਆਰੇ ਹੋ, ਤੁਹਾਨੂੰ ਇੱਥੇ ਇਕੱਲਿਆਂ ਨੂੰ ਛੱਡ ਕੇ ਕਿਵੇਂ ਜਾਈਏ। ਕਹਿੰਦੇ ਅੱਜ ਤੁਹਾਡੇ ਨਾਲ ਅਸੀਂ ਵੀ ਸ਼ਹੀਦ ਹੋਣਾ ਇੱਥੇ। ਸਿੰਘ ਕਹਿੰਦੇ ਨਹੀਂ ਸਤਿਗੁਰੂ ਜੀ, ਸਾਡੇ ਵਰਗੇ ਗਰੀਬ ਸਿੱਖ ਤਾਂ ਬਹੁਤ ਮਿਲ ਜਾਣਗੇ, ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਕਿਤੇ ਮਿਲਦਾ।
ਪਾਤਸ਼ਾਹ ਜੀ ਰਹਿਮਤਾਂ ਕਰੋ, ਛੱਡ ਕੇ ਚਲੇ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੰਘੋ ਦੇਖੋ ਅਸੀਂ ਵੀ ਜੰਗ ਕਰਨਾ ਹੈ। ਮਹਾਰਾਜ ਨੇ ਇੱਕ ਤੀਰ ਆਪਣੇ ਪੱਥੇ ਵਿੱਚੋਂ ਕੱਢਿਆ, ਕਮਾਨ ਤੇ ਚੜਾਇਆ ਨਾ। ਮਹਾਰਾਜ ਦਾ ਜਿਹੜਾ ਬੋ ਸੀਗਾ ਨਾ, ਉਹ ਬੋ ਦੇ ਉੱਤੇ 7 ਪਲੇਟਸ ਲੱਗੇ ਹੁੰਦੇ ਸਨ। 7 ਪਲੇਟਸ ਆਮ ਕਰਕੇ ਇੱਕ ਬੋ ਦੇ ਉੱਤੇ ਜਾਂ ਤਾਂ ਸਿਰਫ ਲੱਕੜ ਦਾ ਹੁੰਦਾ ਜਾਂ ਇੱਕ ਪੀਸ ਲੋਹਾ ਲੱਗਿਆ ਜਾਂਦਾ। ਉਹਦਾ ਜਿਹੜਾ ਹੈ ਉਹਦੀ ਜਿਹੜੀ ਪਾਵਰ ਨੂੰ ਵਧਾਉਣ ਵਾਸਤੇ, ਉਹਦੀ ਜਿਹੜੀ ਰਫ਼ਤਾਰ ਨੂੰ, ਮੋਮੈਂਟਮ ਨੂੰ ਵਧਾਉਣ ਵਾਸਤੇ। ਪਰ ਸਤਿਗੁਰਾਂ ਦੇ ਬੋ ਦੇ ਉੱਤੇ 7 ਪਲੇਟਾਂ ਲੱਗੀਆਂ ਹੋਈਆਂ ਸਨ ਤੇ ਉਹਦੇ ਤੇ ਚਿਲਾ ਚੜਾਉਣਾ ਹੁੰਦਾ ਨਾ, ਜਿਹੜੀ ਰੱਸੀ ਚੜਾਉਂਦੇ ਆ ਉਹਨੂੰ ਬੈਂਡ ਕਰਕੇ ਚੜਾਉਣੀ ਪੈਂਦੀ ਹੈ। ਉਹ ਚਿਲਾ ਨਹੀਂ ਕਿਸੇ ਤੋਂ ਚੜਦਾ ਸੀਗਾ। ਤੇ ਮਹਾਰਾਜ ਨੇ ਜਿਹੜਾ ਉਹ ਤੀਰ ਜਿਹੜਾ ਪੱਥੇ ਵਿੱਚੋਂ ਕੱਢ ਕੇ ਇੱਕ ਤੀਰ ਮੁਗਲਾਂ ਵੱਲ ਚਲਾਇਆ ਨਾ, ਮਹਾਰਾਜ ਦਾ ਇੱਕ ਤੀਰ 10,000 ਬੰਦੇ ਨੂੰ ਮਾਰਿਆ। ਸਿੱਖ ਦੇਖ ਕੇ ਹੈਰਾਨ ਹੋ ਗਏ, ਪਾਤਸ਼ਾਹ ਜੀ ਇਹ ਕੀ? ਕਹਿੰਦੇ ਮਹਾਰਾਜ ਕਹਿੰਦੇ ਨਹੀਂ ਭਾਈ, ਜੇ ਜੰਗ ਕਰਨਾ ਤਾਂ ਐਸਾ ਵੀ ਕਰ ਸਕਦੇ ਆ। ਪਰ ਕਹਿੰਦੇ ਨਹੀਂ ਸਿੰਘੋ, ਇਹਦੇ ਵਿੱਚ ਤੁਹਾਡਾ ਹੀ ਭਲਾ ਹੈ। ਤਾਂ ਉਸ ਵੇਲੇ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਜ਼ਰੂਰ ਚਲੇ ਜਾਓ। ਨਹੀਂ ਮੰਨੇ 5 ਪਿਆਰੇ ਨੇ, ਫਿਰ ਹੁਕਮ ਹੀ ਕਰਤਾ ਗੁਰੂ ਗੋਬਿੰਦ ਸਿੰਘ ਨੂੰ। ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਪੰਜਾਂ ਵਿੱਚ ਪਰਮੇਸ਼ਰ, ਅੱਜ ਅਸੀਂ ਖੜੇ ਹਾਂ, ਮਹਾਰਾਜ ਤੁਹਾਨੂੰ ਹੁਕਮ ਹੈ ਤੁਸੀਂ ਨਿਕਲ ਕੇ ਚਲੇ ਜਾਓ। ਮਹਾਰਾਜ ਕਹਿੰਦੇ ਜਾਵਾਂਗੇ। ਤੇ ਨਾਲ ਸਤਿਗੁਰਾਂ ਨੇ ਆਪਣੇ 3 ਸਿੱਖ ਲਏ। ਕਹਿੰਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਾਡੇ ਨਾਲ ਜਾਣਗੇ ਤੇ ਬਾਕੀ ਕਹਿੰਦੇ ਤੁਸੀਂ ਇਸ ਗੜੀ ਵਿੱਚ ਬੈਠੋ। ਹੁਣ ਇਹ ਗੜੀ ਦੇ ਵਿੱਚ ਭਾਈ ਸੰਤ ਸਿੰਘ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਕਲਗੀ ਤੇ ਆਪਣਾ ਜਿਗਾ ਕੱਢ ਕੇ ਰੱਖਿਆ, ਕਹਿੰਦੇ ਅੱਜ ਤੋਂ ਮੈਂ ਖਾਲਸੇ ਨੂੰ ਗੁਰਗੱਦੀ ਦਿੰਦਾ। ਅੱਜ ਖਾਲਸਾ ਗੁਰੂ ਹੈ। ਖਾਲਸਾ ਕਹਿੰਦੇ ਅੱਜ ਗੁਰੂ ਖਾਲਸਾ ਹੈ, ਖਾਲਸਾ ਗੁਰੂ ਹੈ। ਮਹਾਰਾਜ ਨੇ ਆਪਣੀ ਕਲਗੀ ਜਿਗਾ ਕੇ ਰੱਖ ਕੇ ਅਰਦਾਸ ਕਰ ਦਿੱਤੀ ਤੇ ਉਹ ਜਿਹੜਾ ਮਹਾਰਾਜ ਦੀ ਕਲਗੀ ਤੇ ਜਿਗਾ ਹੈ ਭਾਈ ਸੰਤ ਸਿੰਘ ਦੇ ਦਸਤਾਰ ਤੇ ਸਜਾ ਦਿੱਤੀ, ਕਿਉਂਕਿ ਉਹਦਾ ਜਿਹੜਾ ਚਿਹਰਾ ਸੀਗਾ ਬਹੁਤ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀਗਾ। ਤੇ ਮਹਾਰਾਜ ਨੇ ਉਹਨੂੰ ਸਜਾ ਦਿੱਤਾ। ਤੇ ਸੰਗਤ ਸਿੰਘ ਨਾਲ ਹੈ। ਤੀਜੇ ਹਨ ਭਾਈ ਜੱਗਾ ਸਿੰਘ, ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ। ਇਹ ਸਿੰਘ ਜਿਹੜੇ ਪਿੱਛੇ ਰਹਿ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਬਾਹਰ ਨਿਕਲੇ। ਮਹਾਰਾਜ ਕਹਿੰਦੇ ਅਸੀਂ ਲੁਕ ਕੇ ਨਹੀਂ ਨਿਕਲਣਾ, ਹਾਈਟ ਹੋ ਕੇ ਨਹੀਂ ਨਿਕਲਣਾ। ਮਹਾਰਾਜ ਨੇ ਬਾਹਰ ਨਿਕਲ ਕੇ ਤਾੜੀ ਵਜਾਈ, ਮਹਾਰਾਜ ਨੇ ਜੈਕਾਰਾ ਛੱਡਿਆ ਤੇ ਮਹਾਰਾਜ ਨੇ ਐਲਾਨ ਕੀਤਾ, ਕਹਿੰਦੇ ਜਾ ਰਿਹਾ ਗੋਬਿੰਦ ਸਿੰਘ, ਜਿਹਦੇ ਵਿੱਚ ਹਿੰਮਤ ਆ ਤਾਂ ਰੋਕ ਲਓ। ਮਹਾਰਾਜ ਉੱਥੋਂ ਤਾੜੀ ਵਜਾ ਕੇ ਮਹਾਰਾਜ ਜੀ ਬਾਹਰ ਨਿਕਲਦੇ ਹਨ। ਸਾਰੀਆਂ ਫੌਜਾਂ ਨੂੰ ਭੱਜਣਾ ਪੈ ਜਾਂਦਾ। ਉਹ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਹਨੇਰਾ ਸੀਗਾ ਉਸ ਵੇਲੇ। ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਤਾ। ਕਹਿੰਦੇ ਉਹ ਮਾਰਨ ਮਰਾਉਣ ਦੇ ਵਿੱਚ ਕੀ ਹੋਇਆ, 1 ਲੱਖ ਤੋਂ ਵੱਧ ਫੌਜ ਉਹਨਾਂ ਦੀ ਮਾਰੀ ਗਈ ਇਸੇ ਤਰ੍ਹਾਂ। ਤੇ ਮਹਾਰਾਜ ਉੱਥੇ ਚੱਲਦੇ ਹਨ, ਰਸਤੇ ਦੇ ਵਿੱਚ ਸਿੰਘਾਂ ਦੀਆਂ ਜਿਹੜੀਆਂ ਦਸਤਾਰਾਂ ਪਈਆਂ, ਕੇਸ ਪਏ ਨੇ, ਮਹਾਰਾਜ ਆਪਣੀਆਂ ਜੁੱਤੀਆਂ ਲਾ ਦਿੰਦੇ। ਲਾ ਕੇ ਮਹਾਰਾਜ ਜੀ ਨੰਗੇ ਚਰਨੀ ਤੁਰ ਕੇ ਜਾਂਦੇ ਨੇ ਤੇ ਮਹਾਰਾਜ 23 ਕਿਲੋਮੀਟਰ ਤੁਰੇ ਤੇ 3 ਸਿੰਘ ਜਿਹੜੇ ਹਨ ਉਹ ਦੁਸ਼ਮਣ ਨੂੰ ਰੋਕਦੇ ਹੋਏ ਪਿੱਛੇ ਰਹਿ ਗਏ। ਇਕੱਲੇ ਸਤਿਗੁਰੂ ਜੀ ਤੁਰ ਕੇ ਗਏ। ਮਹਾਰਾਜ ਦੇ ਹੱਥ ਵਿੱਚ ਇੱਕ ਜਿਹੜੀ ਸ੍ਰੀ ਸਾਹਿਬ ਹੈ, ਮਹਾਰਾਜ ਸ੍ਰੀ ਸਾਹਿਬ ਨੂੰ ਲੈ ਕੇ ਮਹਾਰਾਜ ਤੁਰਦੇ ਗਏ, ਕੰਢਿਆਂ ਦੇ ਵਿੱਚ ਤੁਰਦੇ ਗਏ। ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਪਹੁੰਚਦੇ ਨੇ, ਜਿੱਥੇ ਮਹਾਰਾਜ ਟਿੰਡ ਦਾ ਸਰਾਣਾ ਬਣਾ ਕੇ ਮਹਾਰਾਜ ਜੀ ਰਾਤ ਸੁੱਤੇ। ਤੇ ਹੁਣ ਇਹ ਸਾਰਾ ਜਿਹੜਾ ਹੈ 8 ਪੋਹ ਦਾ ਗੱਲ ਹੈ। 8 ਪੋਹ ਨੂੰ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚਦੇ ਨੇ। ਸਰਹੰਦ ਵਿੱਚ ਜਿਹੜਾ ਹੈ ਵਜ਼ੀਰ ਖਾਂ ਜਿਹੜਾ ਸੀਗਾ ਨਾ, ਉਹਨੇ ਸਾਹਿਬਜ਼ਾਦਿਆਂ ਨੂੰ ਸੱਦ ਕੇ ਧਮਕੀਆਂ ਦਿੱਤੀਆਂ ਕਿ ਤੁਹਾਡਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਹ ਕਰਾਂਗੇ। ਸਾਹਿਬਜ਼ਾਦੇ ਕਹਿੰਦੇ ਅਸੀਂ ਹਾਂ ਪੁੱਤਰ ਗੁਰੂ ਗੋਬਿੰਦ ਸਿੰਘ ਦੇ, ਸਾਡਾ ਦਾਦਾ ਹੈ ਗੁਰੂ ਤੇਗ ਬਹਾਦਰ, ਸਾਨੂੰ ਆਪਣਾ ਧਰਮ ਰੱਖਣਾ ਆਉਂਦਾ ਹੈ। ਕਹਿੰਦੇ ਉਸ ਵੇਲੇ ਇਹ ਸੁਣ ਕਰਕੇ ਹੈਰਾਨ ਹੁੰਦੇ ਨੇ ਕਿ ਦੇਖੋ ਕਿਹੋ ਜਿਹੇ ਬੱਚੇ ਨੇ। ਸੋ ਇੱਥੇ ਆਪਾਂ ਆਪਣੀ ਕਥਾ ਦੀ ਸਮਾਪਤੀ ਕਰਦੇ ਹਾਂ। ਹੁਣ ਅਗਲਾ 9, 10, 11, 12 ਤੇ 13 ਨੂੰ ਜਿਹੜੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ। ਸੋ ਇਹ ਬਾਕੀ ਦਾ ਪ੍ਰਚਾਰ ਆਪਾਂ ਬਾਅਦ ਵਿੱਚ ਕਿਸੇ ਦਿਨ ਕਰਾਂਗੇ। ਸੋ ਇਹ ਇਤਿਹਾਸ ਬਹੁਤ ਲੰਮਾ ਹੈ, ਪਰ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖੋ ਕਿੱਡੇ ਚੜ੍ਹਦੀਆਂ ਕਲਾਂ ਵਾਲੇ। ਦੇਖਣ ਵਾਲੀ ਗੱਲ ਤਾਂ ਇਹ ਹੈ, ਪਰਮੇਸ਼ਰ ਹੁੰਦਿਆਂ ਹੋਇਆਂ, ਸ਼ਕਤੀਆਂ ਦੇ ਮਾਲਕ ਹੁੰਦਿਆਂ ਹੋਇਆਂ ਇੱਕ ਮਨੁੱਖ ਦੀ ਤਰ੍ਹਾਂ ਮਹਾਰਾਜ ਨੇ ਟਾਕਰਾ ਕੀਤਾ ਤੇ ਹਰ ਇੱਕ ਦੁੱਖ ਦਾ ਸਾਹਮਣਾ ਸਤਿਗੁਰਾਂ ਨੇ ਕੀਤਾ। ਚੜ੍ਹਦੀਆਂ ਕਲਾਂ ਵਿੱਚ ਸਤਿਗੁਰੂ ਜੀ ਰਹੇ। ਦੇਖੋ ਆਪਾਂ ਸਿੰਘ ਜਿਹੜੇ ਆ ਨਾ, ਬਸ ਸਿੱਖ ਲੋਕ, ਇਸੇ ਕਰਕੇ ਅੱਜ ਤੱਕ ਆਪਾਂ ਸਰਵਾਈਵ ਹੋਏ। ਪਰ ਹੁਣ ਵੀ ਕਿਤੇ ਢਿੱਲੇ ਨਾ ਪੈ ਜਿਓ ਭਾਈ। ਐਸੀ ਸਿੱਖੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਆ ਨਾ, ਇਹ ਸਿੱਖ ਨੂੰ ਤਾਂ ਮੌਤ ਵੀ ਕਦੇ ਰੋਕ ਨਹੀਂ ਸਕਦੀ। ਇਹ ਸਿੱਖੀ ਦੇ ਮੂਹਰੇ ਤਾਂ ਮੌਤ ਵੀ ਪਾਸੇ ਹੋ ਜਾਂਦੀ ਹੈ। ਭਾਈ ਸਿੱਖਾਂ ਤੋਂ ਆਪਣੀ ਸਿੱਖੀ ਨਿਭਾ ਲਾ, ਉਹ ਵੀ ਪਾਸੇ ਹੋ ਜਾਂਦੀ ਹੈ। ਸਾਰੀਆਂ ਦੁਨੀਆ ਦੀਆਂ ਸ਼ਕਤੀਆਂ ਤੁਹਾਡੇ ਨਾਲ ਹੈ ਜੇ ਗੁਰੂ ਤੁਹਾਡੇ ਨਾਲ ਹੈ। ਇਹ ਗੁਰੂ ਦੀ ਖੁਸ਼ੀ ਲਓ, ਗੁਰੂ ਨੂੰ ਮਹਾਰਾਜ ਨੂੰ ਆਪਣਾ ਜਾਣ ਕੇ ਇਹਨਾਂ ਦੇ ਚਰਨਾਂ ਦੇ ਵਿੱਚ ਸਮਰਪਣ ਹੋਏ ਆਪਣੇ ਆਪ ਨੂੰ ਸਰੈਂਡਰ ਕਰ ਦਿਓ।
क्योंकि गुरु ने ਜਦੋਂ ਇੱਕ ਵਾਰੀ ਤੁਹਾਡੀ ਬਾਹ ਫੜ ਲਈ ਉਹ ਕਦੇ ਨਹੀਂ ਛੱਡਦਾ। ਭਾਵੇਂ ਕਿੰਨਾ ਵੀ ਕਠਨ ਸਮਾਂ ਆ ਜਾਵੇ, ਗੁਰੂ ਹਮੇਸ਼ਾ ਅੰਗ ਸੰਗਤ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।